सन्मुख रखांगा। आओ विचारां दी आरंभता तो पहला गुरु चरनां विच दास दी अते अपनी हाज़री लवाओ। दोवें हाथ जोड़ करके गुरु चरनां विच सीस झुका करके गज करके फतेह बुलाओ। आखो जी वाहिगुरु जी का खालसा वाहिगुरु जी की फतेह। संगत दे विचों आवाज़ बड़ी आ रही है। आओ 2 मिनट आपां सिमरन करते हैं ताकि टिका बन जाए, क्योंकि वैसे तो बेनतियां करिए समा बहुत लंघ जाता है, पर बचन मनण वाले बहुत घट होंदे हैं। पर आपां 2 मिनट सिमरन विच लाउणे आ ताकि साडा टिका बन सके, असीं कुछ लाभ लै सकीए। सारे ही इकाग्रता नाल जपो वाहिगुरु वाहिगुरु वाहिगुरु। 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 गुरु प्यार वालिओ, सत संगत करन दा लाभ ताए जे असीं टिका बना के बैठांगे, क्योंकि जिहड़ा सुनना है इहदे वास्ते सब तो ज़्यादा टिका दी लोड़ हुंदी है। बोलण वास्ते भी लोड़ है टिका दी, ते सुनन वास्ते उदों भी ज़्यादा टिका दी लोड़ हुंदी है। जे असीं गुरु की संगत विच बैठ के भी गल्लां करी गए, सुनिया ना, तो फिर साडा बैठण दा लाभ कोई नहीं। समा ही पास कीता है, लाभ कोई नहीं। जिहो जे आए ओहो जे चले गए, खाली दे खाली, प्राप्ति कुछ नहीं होवेगी, क्योंकि आपां सुनन वास्ते आए। गुरु के कीर्तनिया ने भाई सतनाम सिंह जी ने अखीर विच आपां नूं एक शब्द सरवण करवाया है, जिसनों साहिब वड्डा करे सोई वड जानी, जिस साहिब भावै तिस बख्श लए, सो साहिब मन भाणी, जे को ओस दी रीस करै सो मूढ़ अजाणी, जिसनों सतगुर मेले सो गुण रवै, गुण आख वखाणी, नानक सच्चा सच है बुझ सच समाणी। ये पावन शब्द आपां नूं सरवण करवाया। मैं केवल इहदे अखरी अर्थ ही तुहाडे सन्मुख रखने ने। सिद्धांत बड़ा डूंगा है, ते पातशाह जी कृपा करदे ने जिसनों साहिब वड्डा करे। जिसनों वो साहिब मालिक वड्डा करदा है, वड्याई दिंदा है, सोई वड जानी, उही वड्डा जाने करते ने। अपने आप नूं चंगा अखवाउण दा यतन भी करते ने।
ਪਰ ਪਾਤਸ਼ਾਹ ਜੀ ਦਾ ਬਚਨ ਹੈ ਕਿ ਜਿਹੜਾ ਜੀਵ ਆਪਣੇ ਆਪ ਨੂੰ ਆਪੇ ਚੰਗਾ ਕਹਿੰਦਾ ਉਹ ਕਦੇ ਚੰਗਾ ਨਹੀਂ ਹੋ ਸਕਦਾ। ਇਹ ਗੁਰਬਾਣੀ ਦਾ ਬਚਨ ਹੈ ਕਿ ਆਪਸ ਕਉ ਜੋ ਭਲਾ ਕਹਾਵੈ ਤਿਸ ਹੈ ਭਲਾਈ ਨਿਕਟ ਨ ਆਵੈ। ਜਿਹੜਾ ਆਪਣੇ ਆਪ ਨੂੰ ਚੰਗਾ ਕਹਾਉਂਦਾ ਨਾ ਉਹਦੇ ਤਾਂ ਨੇੜੇ ਵੀ ਚੰਗਿਆਈ ਨਹੀਂ ਆਉਂਦੀ, ਕਿਉਂਕਿ ਜੇ ਉਹਦੇ ਵਿੱਚ ਚੰਗਿਆਈ ਹੈ ਤਾਂ ਕਦੇ ਫੁੱਲ ਨੇ ਨਹੀਂ ਬੋਲ ਕੇ ਦੱਸਿਆ ਕਿ ਮੇਰੇ ਵਿੱਚ ਸੁਗੰਧੀ ਆਉਂਦੀ। ਆਪਣੇ ਆਪ ਪਤਾ ਲੱਗਣਾ ਚਾਹੀਦਾ। ਫੁੱਲ ਖਿੜਦਾ ਹੈ, ਕਿਸੇ ਨੂੰ ਦੱਸਦਾ ਥੋੜਾ ਕਿ ਮੇਰੇ ਵਿੱਚ ਸੁਗੰਧੀ ਹੈ। ਇਸੇ ਤਰ੍ਹਾਂ ਜਿਸ ਦੇ ਜੀਵਨ ਵਿੱਚ ਚੰਗਿਆਈ ਹੈ ਉਹਨੂੰ ਦੱਸਣ ਦੀ ਲੋੜ ਨਹੀਂ, ਉਹਦਾ ਜੀਵਨ ਆਪਣੇ ਆਪ ਬਿਆਨ ਕਰੇਗਾ ਕਿ ਇਹਦੇ ਵਿੱਚ ਕਿੰਨੀ ਕੁ ਚੰਗਿਆਈ ਹੈ ਤੇ ਕਿੰਨਾ ਕੁ ਇਹ ਚੰਗਾ ਹੈ। ਉਹਦੀ ਦੱਸਣ ਦੀ ਲੋੜ ਨਹੀਂ। ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜਿਸ ਨੂੰ ਮਾਲਕ ਵੱਡਾ ਕਰਦਾ ਹੈ, ਵਡਿਆਈ ਦਿੰਦਾ ਹੈ, ਉਹੀ ਵਡਿਆਈ ਦਾ ਪਾਤਰ ਹੈ, ਉਹੀ ਵੱਡਾ ਜਾਣਿਆ ਜਾਂਦਾ ਹੈ। ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ। ਜਿਸ ਨੂੰ ਮਾਲਕ ਭਾਵੇ, ਭਾਵ ਜਿਹੜਾ ਮਾਲਕ ਨੂੰ ਭਾ ਜਾਵੇ ਉਸ ਨੂੰ ਉਹ ਵਾਹਿਗੁਰੂ ਬਖਸ਼ਿਸ਼ ਕਰਦਾ ਹੈ। ਸੋ ਸਾਹਿਬ ਮਨ ਭਾਣੀ, ਉਹ ਮਾਲਕ ਦੇ ਮਨ ਨੂੰ ਭਾਉਂਦਾ ਹੈ ਜਿਹਦੇ ਤੇ ਮਾਲਕ ਦੀ ਬਖਸ਼ਿਸ਼ ਹੋ ਜਾਂਦੀ ਹੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਹੜਾ ਹਰ ਵਕਤ ਵਾਹਿਗੁਰੂ ਦੀ ਯਾਦ ਵਿੱਚ ਜੁੜਦਾ ਹੈ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਚੰਗਾ ਲੱਗਦਾ ਹੈ। ਜੇ ਕੋ ਉਸ ਦੀ ਰੀਸ ਕਰੈ, ਜੇ ਕੋਈ ਮੇਰੇ ਵਰਗਾ ਬਿਨਾਂ ਗੁਣਾ ਤੋਂ ਹੀ ਉਸ ਰੱਬ ਦੇ ਪਿਆਰੇ ਦੀ ਰੀਸ ਕਰੇ ਕਿ ਮੈਂ ਵੀ ਉਹੋ ਜਿਹਾ ਬਣ ਜਾਵਾਂਗਾ, ਮੈਂ ਵੀ ਓਨਾ ਵੱਡਾ ਹੈ, ਜੇ ਉਹਦੀ ਵਡਿਆਈ ਹੋ ਸਕਦੀ ਮੇਰੀ ਕਿਉਂ ਨਹੀਂ ਹੋ ਸਕਦੀ। ਪਾਤਸ਼ਾਹ ਕਹਿੰਦੇ ਨੇ ਜੇ ਕੋ ਉਸ ਦੀ ਰੀਸ ਕਰੇ, ਜੇ ਉਹਦੀ ਕੋਈ ਰੀਸ ਕਰੇ, ਬਰਾਬਰੀ ਕਰਨ ਦਾ ਯਤਨ ਕਰੇ, ਸੋ ਮੂੜ ਅਜਾਣੀ। ਕਹਿੰਦੇ ਉਹ ਤੇ ਸਭ ਤੋਂ ਵੱਡਾ ਮੂਰਖ ਹੈ, ਅਜਾਣ ਹੈ, ਬੇਸਮਝ ਹੈ, ਕਦੇ ਵੀ ਬਰਾਬਰੀ ਨਹੀਂ ਕਰ ਸਕਦਾ। ਜਿਸ ਨੂੰ ਸਤਿਗੁਰ ਮੇਲੇ ਸੋ ਗੁਣ ਰਵੈ। ਜਿਸ ਨੂੰ ਸਤਿਗੁਰੂ ਜੀ ਆਪਣੇ ਨਾਲ ਮੇਲ ਲੈਂਦੇ ਨੇ ਉਹ ਵਾਹਿਗੁਰੂ ਦੇ ਗੁਣ ਉਚਾਰਨ ਕਰਦਾ ਹੈ। ਗੁਣ ਆਖ ਵਖਾਣੀ, ਉਹੀ ਮਾਲਕ ਦੇ ਗੁਣਾਂ ਦਾ ਵਿਖਿਆਨ ਕਰਦਾ ਹੈ, ਮਾਲਕ ਦੇ ਗੁਣਾਂ ਨੂੰ ਗਾਉਂਦਾ ਹੈ। ਨਾਨਕ ਸੱਚਾ ਸੱਚ ਹੈ, ਬੁੱਝ ਸੱਚ ਸਮਾਣੀ। ਉਹ ਵਾਹਿਗੁਰੂ ਸੱਚਾ ਹੈ, ਸਦੀਵੀ ਹੈ। ਉਸ ਸੱਚ ਨੂੰ ਹੀ ਬੁੱਝ ਕਰਕੇ ਸਮਝ ਕਰਕੇ ਉਸ ਮਾਲਕ ਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ। ਗੁਰਮੁਖਾਂ ਨੇ ਹੁਕਮ ਲਾਇਆ ਸੀ ਕਿ ਪਾਵਨ ਗੁਰਬਾਣੀ ਦਾ ਇੱਕ ਸ਼ਬਦ ਦਾਸ ਨੂੰ ਹੁਕਮ ਹੋਇਆ ਸੀ ਕਿ ਇਸ ਸ਼ਬਦ ਦੀ ਵਿਆਖਿਆ ਸੰਗਤ ਨਾਲ ਸਾਂਝੀ ਕੀਤੀ ਜਾਵੇ। ਇਹ ਸ਼ਬਦ ਮੈਨੂੰ ਅੱਗੇ ਵੀ ਇੱਕ ਵਾਰ ਮੈਨੂੰ ਯਾਦ ਆ, ਅੱਜ ਤੋਂ ਕੋਈ 12-13 ਸਾਲ ਪਹਿਲਾਂ ਮੈਂ ਭੂਰੇ ਪਿੰਡ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਵਨ ਸਥਾਨ ਤੇ ਹਾਜ਼ਰੀ ਭਰਨ ਆਇਆ ਸੀ ਤੇ ਮਹਾਂਪੁਰਖਾਂ ਦੇ ਨਾਲ ਉਹ ਸਿੰਘ ਰਹੇ ਸਨ ਜਿਨ੍ਹਾਂ ਨੇ ਮੈਨੂੰ ਇਹ ਹੁਕਮ ਕੀਤਾ ਕਿ ਗਿਆਨੀ ਜੀ ਆਹ ਸ਼ਬਦ ਦੀ ਵਿਆਖਿਆ ਸਾਨੂੰ ਸਰਵਣ ਕਰਵਾਓ। ਅੱਜ ਵੀ ਮੈਂ ਉਸੇ ਸ਼ਬਦ ਦੀ ਵਿਆਖਿਆ ਤੁਹਾਨੂੰ 12-13 ਸਾਲਾਂ ਬਾਅਦ ਸਰਵਣ ਕਰਵਾਉਣ ਲੱਗਾ। ਧਿਆਨ ਦੇਣਾ, ਉਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ 811 ਅੰਗ ਤੇ ਸੁਭਾਏਮਾਨ ਹੈ। ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਇਸ ਪਾਵਨ ਸ਼ਬਦ ਦੇ ਅੰਦਰ ਜਿਹੜੇ ਪਾਤਸ਼ਾਹ ਨੇ ਨੁਕਤੇ ਸਾਡੇ ਸਾਹਮਣੇ ਰੱਖੇ ਆ ਨਾ, ਜੇ ਕਿਤੇ ਅਸੀਂ ਉਹਨਾਂ ਬਚਨਾਂ ਨੂੰ ਕਮਾ ਲਈਏ ਤੇ ਸਾਡਾ ਜੀਵਨ ਜਿਹੜਾ ਉਹ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਵੇਗਾ। ਧਿਆਨ ਦੇਣਾ, ਪਹਿਲਾਂ ਮੈਂ ਸ਼ਬਦ ਆਪ ਜੀ ਨੂੰ ਸਰਵਣ ਕਰਵਾਵਾਂਗਾ। ਬਿਲਾਵਲ ਮਹੱਲਾ ਪੰਜਵਾ, ਕੱਲੇ ਕੱਲੇ ਸ਼ਬਦ ਵੱਲ ਧਿਆਨ ਦੇਈ ਜਾਇਓ। ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ। ਰਾਜ ਮਿਲਕ ਸਿਕਦਾਰੀਆਂ ਅਗਨੀ ਮਹਿਜਾਲ। ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ। ਮਾਇਆ ਧਾਰੀ ਛਤਰ ਪਦ ਤਿਨ ਛੋਡੋ ਤਿਆਗ। ਰਹਾਉ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਗ੍ਰਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸੰਬਾਨ। ਭਗਤ ਜਨਾ ਕਾ ਲੂਗਰਾ ਓਡ ਨਗਣ ਨਾ ਹੋਈ।
ਸਾਕਤ ਸਿਰ ਪਾਉ ਰੇਸ਼ਮੀ, ਪਹਿਰਤ ਪਤ ਖੋਈ। ਸਾਕਤ ਸਿਉ ਮੁਖ ਜੋਰਿਆ, ਅਧ ਵਿਚਹੁ ਟੂਟੈ। ਹਰ ਜਨ ਕੀ ਸੇਵਾ ਜੋ ਕਰੇ, ਇਤ ਊਤਹਿ ਛੂਟੈ। ਸਭ ਕਿਛ ਤੁਮ ਹੀ ਤੇ ਹੋਆ, ਆਪ ਬਣਤ ਬਣਾਈ। ਦਰਸ਼ਨ ਭੇਟਤ ਸਾਧਕਾ, ਨਾਨਕ ਗੁਣ ਗਾਈ। ਧਿਆਨ ਦੇਣਾ, ਇਹਦੇ ਵਿੱਚ ਦੋ ਦੋ ਪੰਕਤੀਆਂ ਦਾ ਸੁਮੇਲ ਸਤਿਗੁਰੂ ਜੀ ਨੇ ਕੀਤਾ ਹੈ। ਇੱਕ ਪੰਕਤੀ ਵਿੱਚ ਰੱਬ ਦੇ ਪਿਆਰੇ ਦਾ ਜ਼ਿਕਰ ਹੈ, ਦੂਜੀ ਪੰਕਤੀ ਵਿੱਚ ਰੱਬ ਤੋਂ ਟੁੱਟੇ ਹੋਏ ਦਾ ਜ਼ਿਕਰ ਹੈ। ਅਸਲ ਵਿੱਚ ਜੇ ਇਸ ਸ਼ਬਦ ਦੀ ਵਿਆਖਿਆ ਨੂੰ ਗਹਿਰਾਈ ਨਾਲ ਵਾਚੀਏ ਤੇ ਪਾਤਸ਼ਾਹ ਜੀ ਨੇ ਸਾਨੂੰ ਇਸ ਸ਼ਬਦ ਦੇ ਰਾਹੀਂ ਕਿਸ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਕਿਸ ਦੀ ਨਹੀਂ ਕਰਨੀ ਚਾਹੀਦੀ ਇਹ ਦਰਸਾਇਆ ਹੈ। ਕਿਸ ਦੀ ਸੰਗਤ ਕਰਨ ਨਾਲ ਸਾਨੂੰ ਲਾਭ ਮਿਲੇਗਾ ਤੇ ਕਿਸ ਦੀ ਸੰਗਤ ਕਰਨ ਦੇ ਨਾਲ ਸਾਡਾ ਨੁਕਸਾਨ ਹੋਵੇਗਾ, ਇਹ ਪਾਤਸ਼ਾਹ ਜੀ ਨੇ ਦਰਸਾਉਣਾ ਕੀਤਾ ਹੈ। ਬਹੁਤੇ ਵਿਸਥਾਰ ਵੱਲ ਮੈਂ ਜਾਵਾਂਗਾ ਨਹੀਂ, ਪਰ ਇੰਨਾ ਕੁ ਵਿਸਥਾਰ ਆਪਾਂ ਜ਼ਰੂਰ ਕਰਾਂਗੇ ਕਿ ਜਿੰਨਾ ਕੁ ਆਪਾਂ ਨੂੰ ਸਮਝ ਪੈ ਸਕੇ। ਪਾਤਸ਼ਾਹ ਜੀ ਨੇ ਰਹਾਉ ਵਾਲੀਆਂ ਪੰਕਤੀਆਂ ਵਿੱਚ ਇੱਕ ਬਚਨ ਕਹਿਆ ਹੈ, ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ। ਮਾਇਆ ਧਾਰੀ ਛਤਰਪਤ, ਤਿਨ ਛੋਡਾਉ ਤਿਆਗ ਰਹਾਉ। ਸੰਤ ਦਾ ਅਰਥ ਤੇ ਆਪਾਂ ਤਕਰੀਬਨ ਜਾਣਦੇ ਹਾਂ ਕਿ ਜਿਹੜਾ ਰੱਬ ਦਾ ਪਿਆਰਾ ਹੈ। ਇਹ ਸ਼ਬਦ ਮਹਾਂਪੁਰਖਾਂ ਦੇ ਜੀਵਨ ਤੇ ਢੁਕਦਾ ਹੈ, ਕਿਉਂਕਿ ਆਪਾਂ ਮਹਾਂਪੁਰਖ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਦੀ ਯਾਦ ਵਿੱਚ ਬੈਠੇ ਹਾਂ ਤੇ ਉਹਨਾਂ ਦਾ ਸਾਲਾਨਾ ਜੋੜ ਮੇਲਾ ਮਨਾ ਰਹੇ ਹਾਂ। ਸੰਤ ਕੌਣ ਹੈ? ਜਿਨੇ ਗੁਰੂ ਪਿਆਰ ਵਾਲਿਓ ਆਪਣਾ ਆਪ ਗੁਰੂ ਨੂੰ ਸਮਰਪਣ ਕਰ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈ ਹੈ। ਜਿਨੇ ਆਪਣਾ ਤਨ ਵੀ ਮਨ ਵੀ ਧਨ ਵੀ ਗੁਰੂ ਨੂੰ ਸੌਂਪ ਦਿੱਤਾ ਹੈ ਤੇ ਗੁਰੂ ਦੇ ਹੁਕਮ ਨੂੰ ਮੰਨਿਆ ਹੈ। ਸੰਤ ਕੌਣ ਹੈ? ਜਿਨ੍ਹਾਂ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ। ਸੰਤ ਜਿਨ੍ਹਾਂ ਨੂੰ ਕਦੇ ਵਾਹਿਗੁਰੂ ਭੁੱਲਦਾ ਨਹੀਂਗਾ, ਉਹ ਜੀਵ ਧਨ ਨੇ, ਉਹ ਪੂਰਨ ਸੰਤ ਨੇ ਜਿਨ੍ਹਾਂ ਨੂੰ ਕਦੇ ਪਰਮੇਸ਼ਰ ਦਾ ਚੇਤਾ ਨਹੀਂ ਭੁੱਲਦਾ। ਆਪਾਂ ਨੂੰ ਭੁੱਲ ਜਾਂਦਾ ਪਤਾ ਕਦੋਂ? ਜਦੋਂ ਗਲਤ ਕੰਮ ਕਰਦੇ ਉਦੋਂ ਚੇਤਾ ਭੁੱਲਾ ਤੇ ਤਾਂ ਹੀ ਕਰਦੇ ਆ। ਜਦੋਂ ਰੱਬ ਦਾ ਚੇਤਾ ਨਹੀਂ ਭੁੱਲੇਗਾ ਕਦੇ ਵੀ ਅਸੀਂ ਗਲਤ ਕਰਮ ਨਹੀਂ ਕਰ ਸਕਾਂਗੇ। ਜਦੋਂ ਸਾਡੇ ਤੋਂ ਗਲਤੀ ਹੋਈ ਹੈ ਸਮਝ ਲਓ ਸਾਨੂੰ ਰੱਬ ਦਾ ਚੇਤਾ ਭੁੱਲ ਗਿਆ, ਪਰਮੇਸ਼ਰ ਦਾ ਚੇਤਾ ਭੁੱਲ ਗਿਆ। ਪਰ ਰੱਬ ਦੇ ਪਿਆਰਿਆਂ ਦਾ ਜੀਵਨ ਹੈ ਕਿ ਉਹਨਾਂ ਨੂੰ ਕਦੇ ਭੁੱਲਦਾ ਨਹੀਂ। ਫਿਰ ਮਹਾਰਾਜ ਨੇ ਇੱਕ ਬਚਨ ਇਹ ਵੀ ਕਿਹਾ ਹੈ ਕਿ ਸੰਤ ਉਸ ਮਾਲਕ ਦੇ ਨੇ ਤੇ ਜੋ ਕਾਲ ਹੈ ਮੌਤ ਹੈ ਉਹ ਸੰਤਾਂ ਨੂੰ ਨਹੀਂ ਖਾ ਸਕਦਾ। ਉਹ ਰੱਬ ਦੇ ਪਿਆਰੇ ਉਸ ਮਾਲਕ ਦੇ ਵਿੱਚ ਲੀਨ ਹੁੰਦੇ ਆ। ਮੌਤ ਉਹਨਾਂ ਨੂੰ ਖਾ ਨਹੀਂ ਸਕਦੀ, ਮੌਤ ਉਹਨਾਂ ਨੂੰ ਖਤਮ ਨਹੀਂ ਕਰ ਸਕਦੀ। ਹਾਲਾਂਕਿ ਕਾਲ ਸਾਰੀ ਦੁਨੀਆ ਨੂੰ ਭਖਣ ਕਰਦਾ ਹੈ, ਮੌਤ ਸਾਰਿਆਂ ਦਾ ਨਿਬੇੜਾ ਕਰਦੀ ਹੈ, ਪਰ ਗੁਰਮੁਖਾਂ ਦਾ ਨਿਬੇੜਾ ਨਹੀਂ ਕਰ ਸਕਦੀ। ਸਰੀਰ ਤਿਆਗ ਕਰਕੇ ਵੀ ਗੁਰਮੁਖ ਦਾ ਜੀਵਨ ਸਦਾ ਵਾਸਤੇ ਇੱਕ ਚਾਨਣ ਮੁਨਾਰਾ ਹੈ। ਸਰੀਰ ਭਾਵੇਂ ਅੱਜ ਸਾਡੇ ਕੋਲ ਨਹੀਂ ਬਾਬੇ ਭਾਈ ਝਾੜੂ ਦਾ, ਪਰ ਬਾਬੇ ਭਾਈ ਝਾੜੂ ਦਾ ਨਾਂ ਅੱਜ ਵੀ ਸਾਡੇ ਕੋਲ, ਉਹਨਾਂ ਦੀ ਯਾਦ ਅੱਜ ਵੀ ਸਾਡੇ ਕੋਲ ਹੈ। ਨਹੀਂ ਤੇ ਮੌਤ ਨੇ ਜਿਨ੍ਹਾਂ ਨੂੰ ਖਾਧਾ ਹੈ ਉਹਨਾਂ ਨੂੰ ਕੋਈ ਚੇਤੇ ਨਹੀਂ ਕਰਦਾ, ਪਰ ਰੱਬ ਦੇ ਪਿਆਰਿਆਂ ਨੂੰ ਮੌਤ ਵੀ ਨਹੀਂ ਖਾ ਸਕਦੀ। ਸਰੀਰ ਤਾਂ ਨਾਸਵੰਤ ਹੈ ਪਰ ਰੱਬ ਦੇ ਪਿਆਰਿਆਂ ਦੀ ਹੋਂਦ ਸਦਾ ਹੈ, ਉਹ ਅੱਜ ਵੀ ਸਦਾ ਜਿਉਂਦੇ ਨੇ। ਰੱਬ ਦਾ ਪਿਆਰਾ ਕਦੇ ਮਰਦਾ ਨਹੀਂਗਾ। ਅਸੀਂ ਬਾਣੀ ਪੜ੍ਹਦੇ ਹਾਂ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਬ੍ਰਹਮ ਗਿਆਨੀ ਸਦਾ ਜਿਉਂਦਾ ਹੈ, ਉਹ ਕਦੇ ਮਰਦਾ ਨਹੀਂ। ਨਾ ਗੁਰੂ ਮਰਦਾ ਹੈ ਨਾ ਗੁਰੂ ਦਾ ਪਿਆਰਾ ਮਰਦਾ। ਭੱਟਾਂ ਨੇ ਇੱਕ ਬੜਾ ਸੁੰਦਰ ਬਚਨ ਲਿਖਿਆ। ਭੱਟ ਲਿਖਦੇ ਨੇ, ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਐ ਵੇਦ, ਬ੍ਰਹਮਾ ਮੁਖ ਗਾਵੈ। ਅਜੈ ਚਵਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲੀਓ,
ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦੀਓ। ਤੇ ਅਗਲਾ ਬਚਨ ਕੀ ਹੈ, ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰਿ ਪਹਿ ਗਇਓ। ਹਰਬੰਸ ਜਗਤ ਜਸ ਸੰਚਰਿਓ, ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਹਰਬੰਸ ਭੱਟ ਜੀ ਕਹਿੰਦੇ ਨੇ, ਕੌਣ ਕਹਿੰਦਾ ਹੈ ਕਿ ਗੁਰੂ ਮਰ ਗਿਆ? ਕਹਿੰਦੇ ਗੁਰੂ ਸਦਾ ਰਹਿਣ ਵਾਲਾ, ਗੁਰੂ ਕਦੇ ਮਰਦਾ ਨਹੀਂ ਹੈਗਾ। ਗੁਰੂ ਸਦੀਵੀ ਹੈ, ਗੁਰੂ ਦਾ ਪਿਆਰਾ ਵੀ ਸਦੀਵੀ ਹੈ। ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਇੱਕ ਬਚਨ ਲਿਖਿਆ ਹੈ, ਨਿਹਚਲ ਸੱਚ ਖੁਦਾਈ ਏਕ, ਖੁਦਾਈ ਬੰਦਾ ਅਬਨਾਸੀ। ਮਾਰੇ ਕਹਿੰਦੇ ਖੁਦਾ ਸੱਚ ਹੈ, ਸਦਾ ਰਹਿਣ ਵਾਲਾ ਹੈ, ਤੇ ਉਸ ਖੁਦਾ ਦਾ ਬੰਦਾ ਉਸ ਨਾਲ ਜੁੜਿਆ ਹੋਇਆ ਵੀ ਸਦਾ ਰਹਿਣ ਵਾਲਾ, ਉਹਨੂੰ ਵੀ ਕੋਈ ਨਾਸ ਨਹੀਂ ਕਰ ਸਕਦਾ। ਅਸੀਂ ਬਚਨ ਪੜ੍ਹਦੇ ਹਾਂ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਰੱਬ ਸਦਾ ਰਹਿਣ ਵਾਲਾ ਤੇ ਰੱਬ ਦਾ ਸੇਵਕ ਵੀ ਸਦਾ ਰਹੇਗਾ, ਉਹਨੂੰ ਵੀ ਕੋਈ ਖਤਮ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਨੂੰ ਚੇਤੇ ਕਰਾਂਗੇ ਤੇ ਮਤੀ ਦਾਸ ਵੀ ਨਾਲ ਹੀ ਰਹੇਗਾ, ਸਤੀ ਦਾਸ ਵੀ ਨਾਲ ਰਹੇਗਾ, ਭਾਈ ਦਿਆਲਾ ਵੀ ਨਾਲ ਰਹੇਗਾ, ਵੱਖ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਨੂੰ ਚੇਤੇ ਕਰਾਂਗੇ ਤੇ ਭਾਈ ਮਰਦਾਨਾ ਵੀ ਨਾਲ ਖੜਾ ਹੋਵੇਗਾ, ਭਾਈ ਬਾਲਾ ਵੀ ਨਾਲ ਖੜਾ ਹੋਵੇਗਾ। ਕਦੇ ਨਹੀਂ ਇਤਿਹਾਸ ਪੂਰਾ ਹੋ ਸਕਦਾ ਜਿੰਨਾ ਚਿਰ ਭਾਈ ਮਰਦਾਨੇ ਨੂੰ ਨਹੀਂ ਪੜਾਂਗੇ। ਕਦੇ ਨਹੀਂ ਇਤਿਹਾਸ ਪੂਰਾ ਹੋ ਸਕਦਾ ਜਿੰਨਾ ਚਿਰ ਉਹਨਾਂ ਤਿੰਨਾਂ ਸਿੱਖਾਂ ਦਾ ਜ਼ਿਕਰ ਨਹੀਂ ਕਰਾਂਗੇ। ਜੇ ਗੁਰੂ ਦਾ ਜ਼ਿਕਰ ਆਵੇਗਾ ਤੇ ਨਾਲ ਉਹਨਾਂ ਗੁਰਸਿੱਖਾਂ ਦਾ ਵੀ ਜ਼ਿਕਰ ਆਵੇਗਾ। ਗੁਰੂ ਸਦੀਵੀ ਆ ਤੇ ਉਹ ਸਿੱਖ ਵੀ ਸਦਾ ਰਹਿਣ ਵਾਲੇ ਨੇ। ਸੰਤ ਉਹ ਹੈ ਜਿਹੜਾ ਮਰਦਾ ਨਹੀਂ। ਪਾਤਸ਼ਾਹ ਕਹਿੰਦੇ ਸੰਤ ਤੁਮਾਰੇ ਤੁਮਰੇ ਪ੍ਰੀਤਮ, ਸੰਤ ਤੁਹਾਡੇ ਨੇ, ਤੇਰੇ ਨੇ ਪ੍ਰੀਤਮ ਵਾਹਿਗੁਰੂ ਜੀ। ਤਿੰਨ ਕਉ ਕਾਲ ਨਾ ਖਾਤੇ, ਤਿੰਨਾਂ ਨੂੰ ਕਾਲ ਨਹੀਂ ਖਾਂਦਾ। ਰੰਗ ਤੁਮਾਰੇ ਲਾਲ ਭਏ ਹੈ, ਰਾਮ ਨਾਮ ਰਸ ਮਾਤੇ। ਤੁਹਾਡੇ ਪ੍ਰੇਮ ਦੇ ਰੰਗ ਵਿੱਚ ਉਹ ਗੂੜੇ ਰੰਗੇ ਗਏ ਨੇ, ਉਹ ਨਾਮ ਦੇ ਰੰਗ ਵਿੱਚ ਮਸਤ ਹੋ ਗਏ, ਸਦਾ ਰਹਿਣ ਵਾਲੇ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ, ਮਿਲਾਏ ਰੱਬ ਦੇ ਪਿਆਰੇ ਨਾ ਜੰਮਣ ਵਿੱਚ ਹੈ ਨਾ ਮਰਨ ਵਿੱਚ ਨੇ। ਉਹ ਤਾਂ ਦੁਨੀਆ ਦਾ ਭਲਾ ਕਰਨ ਵਾਸਤੇ ਆਏ ਨੇ, ਉਹ ਤਾਂ ਆਤਮਿਕ ਜ਼ਿੰਦਗੀ ਦੇ ਕਰਕੇ ਟੁੱਟੇ ਹੋਏ ਜੀਵ ਨੂੰ ਰੱਬ ਦੇ ਨਾਲ ਮਿਲਾ ਦਿੰਦੇ ਨੇ। ਧਿਆਨ ਦੇ, ਉਹਨਾਂ ਦਾ ਕਰਮ ਹੈ। ਇੱਕ ਪੰਕਤੀ ਕਹਿ ਕੇ ਅੱਗੇ ਚੱਲਾਂ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਦੋਂ ਪੁੱਛੀਏ ਤੇ ਮਹਾਰਾਜ ਕਹਿੰਦੇ ਸੰਤ ਦਾ ਗਹਿਣਾ ਹੈ। ਸਾਡੇ ਘਰਾਂ 'ਚ ਗਹਿਣੇ ਹੁੰਦੇ ਨਾ, ਸੋਨੇ ਦੇ ਗਹਿਣੇ, ਤੇ ਅਸੀਂ ਬੜਾ ਸਾਂਭ ਕੇ ਰੱਖਦੇ ਹਾਂ। ਰੋਜ਼ ਕਈ ਵਾਰ ਚੈੱਕ ਕਰੀਦਾ ਹੈਗੇ ਆ ਉੱਥੇ, ਕੋਈ ਲੈ ਤਾਂ ਨਹੀਂ ਗਿਆ, ਕਿਉਂਕਿ ਮਹਿੰਗੇ ਆ ਨਾ। ਜਿਹੜੀ ਚੀਜ਼ ਮਹਿੰਗੀ ਆ ਉਹਨੂੰ ਸਾਂਭ ਕੇ ਰੱਖੀਦਾ। ਗਹਿਣਿਆਂ ਨੂੰ ਹਰ ਕੋਈ ਸਾਂਭ ਕਰਕੇ ਰੱਖਦਾ ਹੈ, ਕਿਤੇ ਗਵਾਚ ਨਾ ਜਾਣ, ਰੋਜ਼ ਤੱਕਦਾ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਕਹਿੰਦੇ ਦੁਨੀਆ ਦੇ ਲੋਕੋ, ਤੁਹਾਡੇ ਕੋਲ ਜਿਹੜੇ ਗਹਿਣੇ ਆ ਤੇ ਕੱਚੇ ਨੇ, ਚੋਰੀ ਹੋ ਸਕਦੇ ਨੇ, ਖਤਮ ਹੋ ਸਕਦੇ ਨੇ, ਪਰ ਸਾਡੇ ਕੋਲ ਗਹਿਣਾ ਕਿਹੜਾ ਹੈ? ਸੰਤ ਸਾਡਾ ਗਹਿਣਾ ਹੈ। ਸੰਤ ਗੱਜ ਕਰਕੇ ਆਖੋ ਸਤਨਾਮ। ਸੰਤ ਸਾਡਾ ਗਹਿਣਾ ਹੈ। ਤਾਂ ਹੀ ਗੁਰੂ ਆਪਣੇ ਸੰਤ ਨੂੰ ਸਾਂਭ ਕੇ ਰੱਖਦਾ। ਜਦੋਂ ਮਾੜੀ ਜੀ ਵਿਪਤਾ ਪੈਂਦੀ ਝਾਟੀ ਮਾਲਕ ਆ ਜਾਂਦਾ ਹੈ, ਕਿਉਂਕਿ ਗਹਿਣਾ ਨਾ ਉਹਦਾ, ਗਹਿਣੇ ਨੂੰ ਸਾਂਭਣਾ ਉਹਨੇ। ਆਪਾਂ ਵੀ ਸਾਂਭਦੇ ਗਹਿਣੇ ਨੂੰ, ਮਾਲਕ ਵੀ ਸਾਂਭਦਾ ਹੈ ਆਪਣੇ ਗਹਿਣੇ ਨੂੰ। ਜਦੋਂ ਮਾਲਕ ਦੇ ਪਿਆਰੇ ਤੇ ਕੋਈ ਵਿਪਤਾ ਪੈਂਦੀ ਹੈ, ਝਾਟੀ ਮਾਲਕ ਆ ਕਰਕੇ ਆਪਣੇ ਪਿਆਰੇ ਦੀ ਸਹਾਇਤਾ ਕਰਦਾ ਹੈ। ਧਿਆਨ ਦੇਣਾ। ਸੋ ਮੈਂ ਬਚਨ ਕਰ ਰਿਹਾ ਸੀ ਕਿ ਸੰਤ ਜਨਾਂ ਕਾ ਸ਼ੋਹਰਾ, ਪਰ ਪਹਿਲਾਂ ਸੰਤ ਸ਼ਬਦ ਨਾਲ ਜ਼ਰੂਰੀ ਹੈ ਕਿ ਸੰਤ ਕਿਹਾ ਕਿਸ ਨੂੰ ਜਾਂਦਾ। ਅਕਸਰ ਮੈਂ ਬੇਨਤੀ ਕਰਦਾ ਹੁੰਨਾ ਕਿ ਸੰਤ ਕਿਤੇ ਲਿਬਾਸ ਦਾ ਨਾਂ ਨਹੀਂ ਗਾ। ਸੰਤ ਇੱਕ ਜੀਵਨ ਹੈ। ਜੇ ਅਸੀਂ ਬਾਹਰੀ ਤੌਰ ਤੇ ਬਾਣਾ ਤਾਂ ਰੱਬ ਦੇ ਪਿਆਰਿਆਂ ਵਾਲਾ ਪਾ ਲਿਆ, ਪਰ ਜੀਵਨ ਰੱਬ ਦੇ ਪਿਆਰਿਆਂ ਵਾਲਾ ਨਹੀਂ, ਤੇ ਫਿਰ ਅਸੀਂ ਅਧੂਰੇ ਹਾਂ। ਕਿਉਂਕਿ ਜੀਵਨ ਹੋਵੇਗਾ ਤੇ ਤਾਂ ਖੇਡ ਬਣਨੀ ਹੈ। ਸੰਤ ਇੱਕ ਜੀਵਨ ਹੈ। ਮੈਂ ਇਸ ਵਿਸ਼ੇ ਵੱਲ ਬਹੁਤਾ ਨਾ ਜਾਵਾਂ, ਦੋ ਚਾਰ ਬਚਨ ਸੁਣਾ ਦੇਵਾਂ। ਪਾਤਸ਼ਾਹ ਕਹਿੰਦੇ 8 ਪਹਿਰ ਨਿਕਟ ਕਰ ਜਾਣਾ। ਇਹ ਗੁਣ ਨੇ ਸੰਤ ਦੇ। ਉਹ 8 ਪਹਿਰ ਰੱਬ ਨੂੰ ਨੇੜੇ ਜਾਣਦੇ ਨੇ।
ਕਹਿੰਦੇ ਨੇ ਮਾਲਕ ਸਾਡੇ ਨੇੜੇ ਹੈ। ਕਿੰਨਾ ਕੁ ਨੇੜੇ ਜਾਣਦੇ, ਕਿਤੇ ਭਗਤ ਰਵਿਦਾਸ ਨੂੰ ਪੁੱਛੋ। ਸਰਬੇ ਏਕ ਅਨੇਕਾ ਸੁਆਮੀ ਸਭ ਕਟ ਭੋਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਏ ਸੋ ਹੋਈ। ਬਾਬਾ ਰਵਿਦਾਸ ਜੀ ਕਹਿੰਦੇ ਸਾਡੇ ਸਰੀਰ ਨਾਲ ਲੱਗੇ ਹੋਏ ਹੱਥ ਤੇ ਪੈਰ ਵੀ ਉਹਨੇ ਨੇੜੇ ਨਹੀਂ ਜਿੰਨਾ ਸਾਡੇ ਰੱਬ ਨੇੜੇ ਹੈ। ਗੱਜ ਕਰਕੇ ਆਖੋ ਸਤਨਾਮ। ਇਹ ਸੰਤ ਦਾ ਕਰਮ ਹੈ ਕਿ ਰੱਬ ਨੂੰ ਨੇੜੇ ਜਾਣਦਾ। ਜਦੋਂ ਰੱਬ ਨੂੰ ਨੇੜੇ ਜਾਣਾਂਗੇ ਕਦੀ ਗਲਤ ਕੰਮ ਨਹੀਂ ਕਰ ਸਕਦੇ। ਬਾਣੀ ਦਾ ਬਚਨ ਹੈ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਕਹਿੰਦੇ ਜਿਹੜਾ ਰੱਬ ਨੂੰ ਨੇੜੇ ਜਾਣ ਲਵੇ ਉਹ ਭਲਾ ਬੁਰਾ ਕਿਵੇਂ ਕਰ ਸਕਦਾ ਹੈ। ਜਿਹਨੂੰ ਪਤਾ ਹੈ ਕਿ ਮਾਲਕ ਮੇਰੇ ਕੋਲ ਖੜਾ ਹੈ, ਵੇਖਦਾ ਪਿਆ ਹੈ, ਉਹ ਕਦੀ ਬੁਰਾ ਨਹੀਂ ਕਰੇਗਾ। ਬੁਰਾ ਉਹੀ ਕਰਦਾ ਹੈ ਜਿਹੜਾ ਇਹ ਸੋਚਦਾ ਕਿ ਸਾਨੂੰ ਕਿਹੜਾ ਕੋਈ ਵੇਖਦਾ ਹੈ। ਧਿਆਨ ਦੇ। ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ। ਪ੍ਰਭੂ ਦਾ ਕੀਤਾ ਮਿੱਠਾ ਕਰਕੇ ਮੰਨਦੇ ਨੇ। ਏਕ ਨਾਮ ਸੰਤਨ ਆਧਾਰ, ਇੱਕ ਨਾਮ ਦਾ ਆਸਰਾ ਹੈ ਰੱਬ ਦੇ ਪਿਆਰਿਆਂ ਨੂੰ। ਹੋਏ ਰਹਿ ਸਭ ਕੀ ਪੱਗ ਛਾਰ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਨੇ, ਹੰਕਾਰ ਨਹੀਂ ਕਰਦੇ। ਤੇ ਅਗਲਾ ਬਚਨ ਹੈ ਕਿ ਸੰਤ ਰਹਿਤ ਸੁਨੋ ਮੇਰੇ ਭਾਈ, ਉਆ ਕੀ ਮਹਿਮਾ ਕਥਨ ਨਾ ਜਾਈ। ਗੱਲ ਹੀ ਮੁਕਾ ਦਿੱਤੀ ਗੁਰੂ ਅਰਜਨ ਸਾਹਿਬ ਨੇ। ਸੰਤਾਂ ਦਾ ਜੀਵਨ ਸੁਣੋ, ਸੰਤਾਂ ਦੀ ਮਰਿਆਦਾ ਸੁਣੋ ਭਾਈ, ਸੰਤਾਂ ਦੀ ਵਡਿਆਈ ਕਹੀ ਨਹੀਂ ਜਾ ਸਕਦੀ। ਪਾਤਸ਼ਾਹ ਕਹਿੰਦੇ ਨੇ ਸੰਤ ਜਨਾਂ ਕਾ ਸ਼ੋਹਰਾ। ਸ਼ੋਹਰਾ ਦਾ ਅਰਥ ਕੀ ਹੈ? ਛੋਟਾ ਜਿਹਾ ਬੱਚਾ ਕਹਿੰਦੇ ਆ ਫਲਾਣੇ ਦਾ ਸ਼ੋਹਰ ਹੀ, ਸਿੱਧਾ ਸ਼ਬਦ ਲੈ ਲਈ ਆਪਾਂ ਕਹਿੰਦੇ ਫਲਾਣੇ ਦਾ ਸ਼ੋਹਰ ਤੁਰਿਆ ਫਿਰਦਾ ਜਵਾਕ। ਸੰਤ ਜਨਾਂ ਕਾ ਸ਼ੋਹਰਾ ਮਾਰੇ ਕਹਿੰਦੇ ਜਿਹੜਾ ਸੰਤ ਜਨਾਂ ਦੇ ਕੋਲ ਰਹਿਣ ਵਾਲਾ ਛੋਟਾ ਜਿਹਾ ਸੇਵਕ ਵੀ ਹੈ ਨਾ, ਤਿਸ ਚਰਨੀ ਲਾਗ, ਉਹਦੇ ਵੀ ਚਰਨੀ ਲੱਗ ਜਾ, ਉਹਦੇ ਤੇ ਵੀ ਕਿਰਪਾ ਹੀ। ਸੰਤ ਦੀ ਤੇ ਵਡਿਆਈ ਬੜੀ ਵੱਡੀ ਹੈ। ਸੰਤ ਜਨਾਂ ਕਾ ਸ਼ੋਹਰਾ, ਸੰਤ ਜਨਾਂ ਦੀ ਸੇਵਾ ਕਰਨ ਵਾਲਾ, ਸੰਤ ਜਨਾਂ ਦੇ ਹੁਕਮ ਵਿੱਚ ਚੱਲਣ ਵਾਲਾ, ਸੰਤ ਜਨਾਂ ਦੇ ਕੋਲ ਰਹਿਣ ਵਾਲਾ ਪਿਆਰਾ ਜਿਹੜਾ ਪੂਰਨ ਸਿੱਖ ਹੈ, ਕਹਿੰਦੇ ਨੇ ਉਹਦੇ ਵੀ ਚਰਨੀ ਲੱਗ ਜਾ। ਮਾਇਆ ਧਾਰੀ ਛਤਰਪਤ ਤਿਨ ਛੋਡਾ ਤਿਆਗ। ਜਿਹੜਾ ਮਾਇਆ ਧਾਰੀ ਹੈ, ਵੱਡਾ ਰਾਜਾ ਬਣਿਆ ਫਿਰਦਾ, ਕਹਿੰਦੇ ਉਹਨੂੰ ਛੱਡ ਦੇ ਪਰ ਰੱਬ ਦੇ ਪਿਆਰੇ ਦਾ ਸਾਥ ਨਾ ਛੱਡੀ। ਜੇ ਜੀਵਨ ਸਵਾਰਨਾ ਹੈ, ਮਾਇਆ ਧਾਰੀ ਨੂੰ ਪਿੱਠ ਦੇ ਦੀ ਕੋਈ ਗੱਲ ਨਹੀਂ, ਰਾਜੇ ਨੂੰ ਪਿੱਠ ਦੇ ਦੀ ਕੋਈ ਗੱਲ ਨਹੀਂ, ਪਰ ਆਪਣੇ ਮਾਲਕ ਨੂੰ ਪਿੱਠ ਨਾ ਦੇਵੀਂ। ਗੁਰਮੁਖੋ ਭਾਈ ਤਾਰੂ ਸਿੰਘ ਜ਼ਕਰੀਆ ਖਾਨ ਲਾਲਚ ਦਿੰਦਾ ਹੈ ਕਿ ਤੈਨੂੰ ਕਿਸੇ ਇਲਾਕੇ ਦਾ ਸੂਬੇਦਾਰ ਬਣਾ ਦਿੰਦੇ, ਫੌਜ ਤੇਰੇ ਥੱਲੇ ਹੋਵੇਗੀ, ਮੈਂ ਆਪਣੀ ਲੜਕੀ ਦਾ ਰਿਸ਼ਤਾ ਤੈਨੂੰ ਕਰ ਦੇਵਾਂਗਾ, ਤੂੰ ਸਿੱਖੀ ਛੱਡ ਦੇ। ਪਰ ਸਿੱਖ ਨੇ ਸਾਹਮਣੇ ਖੜਾ ਮਾਇਆ ਧਾਰੀ ਰਾਜਾ ਜਿਹੜਾ ਇੱਕ ਸੂਬਾ ਹੈ, ਉਹਨੂੰ ਪਿੱਠ ਦਿੱਤੀ ਹੈ, ਪਰ ਆਪਣੇ ਗੁਰੂ ਨੂੰ ਪਿੱਠ ਨਹੀਂ ਦਿੱਤੀ, ਆਪਣੇ ਗੁਰੂ ਵਾਲੇ ਪਾਸਿਓਂ ਪਿੱਛੇ ਨਹੀਂ ਹਟਿਆ। ਇਹ ਬਚਨ ਭਾਈ ਤਾਰੂ ਸਿੰਘ ਨੇ ਕਮਾਇਆ, ਜਿਹਦੀ ਆਪਾਂ ਵਿਆਖਿਆ ਕਰ ਰਹੇ ਹਾਂ। ਇਹ ਬਚਨ ਸਾਹਿਬਜ਼ਾਦਿਆਂ ਨੇ ਕਮਾਇਆ ਹੈ, ਜਿਹਦੀ ਆਪਾਂ ਵਿਆਖਿਆ ਕਰ ਰਹੇ ਹਾਂ। ਨੀਆਂ 'ਚ ਖਲੋ ਗਏ ਨੇ, ਪਰ ਜਿੰਨੇ ਲਾਲਚ ਦਿੱਤੇ ਨੇ, ਸਾਹਮਣੇ ਰਾਜਾ ਹੀ ਹੈ ਨਾ, ਇੱਕ ਸੂਬਾ ਇੱਕ ਰਾਜਾ ਹੀ ਹੈ, ਉਹਦੇ ਦਿੱਤੇ ਹੋਏ ਲਾਲਚਾਂ ਨੂੰ ਜੁੱਤੀ ਦੀ ਨੋਕ ਤੇ ਠੁਕਰਾ ਦਿੱਤਾ ਹੈ। ਪਰ ਗੁਰੂ ਪਿਆਰ ਵਾਲਿਓ, ਗੁਰੂ ਨੂੰ ਠੁਕਰਾਇਆ ਨਹੀਂ, ਸਿੱਖੀ ਨੂੰ ਠੁਕਰਾਇਆ ਨਹੀਂ, ਭਾਵੇਂ ਦੁੱਖ ਝੱਲਣੇ ਪੈ ਗਏ ਨੇ, ਪਰ ਉਹ ਪਾਸਾ ਨਹੀਂ ਤਿਆਗਿਆ, ਕਿਉਂਕਿ ਗੁਰਮਤਿ ਦਾ ਸਿਧਾਂਤ ਇਹ ਹੈ ਮਾਇਆ ਧਾਰੀ ਛਤਰਪਤ ਤਿੰਨ ਛੋਡੋ ਤਿਆਗ। ਜਿਹੜਾ ਮਾਇਆ ਧਾਰੀ ਹੈ, ਕੋਈ ਰਾਜਾ ਹੈ, ਉਹਨੂੰ ਛੱਡ ਦੇ, ਭਾਵੇਂ ਕੋਈ ਐਮਐਲਏ ਹੈ, ਭਾਵੇਂ ਕੋਈ ਮੁੱਖ ਮੰਤਰੀ ਹੈ। ਪੁਰਾਣੇ ਸਮੇਂ 'ਚ ਰਾਜਾ ਹੁੰਦਾ ਸੀ, ਕਹਿੰਦੇ ਐਮਐਲਏ ਦੀ ਝਾਬ ਛੱਡ ਦੇ, ਐਵੇਂ ਨਾ ਮਗਰ ਮਗਰ ਲੀਲੜੀਆਂ ਕੱਢਦਾ ਫਿਰ ਕੇ ਐਮਐਲਏ ਆ ਗਿਆ ਤੇ ਹੁਣ ਪਤਾ ਨਹੀਂ ਮੇਰੇ ਗਲ 'ਚ ਕੀ ਪਾ ਦੇ ਲੱਗਾ। ਬੜੇ ਲੋਕਾਂ ਦਾ ਸੁਭਾਅ ਹੈ, ਕਈ ਭੱਜ ਭੱਜ ਕੇ ਅੱਗੇ ਪਿੱਛੇ ਤੁਰੇ ਫਿਰਨਗੇ, ਗੁਰੂ ਸਾਹਿਬ ਦੀ ਹਜ਼ੂਰੀ ਨੂੰ ਹੀ ਛੱਡ ਕੇ ਭੱਜਣਗੇ। ਰੱਬ ਆ ਗਿਆ, ਗੁਰੂ ਨਾਲ ਵੱਡਾ ਹੈ, ਠੀਕ ਹੈ, ਬਾਹਰ ਤੁਸੀਂ ਸਨਮਾਨ ਕਰੋ, ਉਹਦਾ ਸਤਿਕਾਰ ਕਰੋ, ਕੋਈ ਗੱਲ ਨਹੀਂ, ਪਰ ਗੁਰੂ ਦੀ ਹਜ਼ੂਰੀ ਵਿੱਚ ਤੇ ਗੁਰੇਜ਼ ਕਰੀਏ ਕਿ ਗੁਰੂ ਨਾਲੋਂ ਵੱਡਾ ਕੋਈ ਨਹੀਂ ਗਾ, ਮਾਲਕ ਨਾਲੋਂ ਵੱਡਾ ਕੋਈ ਨਹੀਂ ਗਾ। ਪਰ ਸਿੱਖੀ ਕਿੱਥੇ ਹੈ? ਐਮਐਲਏ ਆ ਜਾਵੇ, ਮੁੱਖ ਮੰਤਰੀ ਆ ਜਾਵੇ, ਆਪਣੇ ਆਪ ਦਾ ਚੇਤਾ ਭੁੱਲ ਜਾਂਦਾ ਹੈ, ਅੱਗੇ ਪਿੱਛਾ ਹੈ, ਭੱਜਾ ਫਿਰਦਾ ਹੈ, ਪਰ ਗੁਰੂ ਦਾ ਭੈ ਨਹੀਂ। ਮਾਰੇ ਕਹਿੰਦੇ ਛੱਡ ਦੇ ਕੰਮ, ਮਾਇਆ ਧਾਰੀ ਦਾ ਸਾਥ ਛੱਡ ਦੇ, ਰਾਜਿਆਂ ਮਹਾਰਾਜਿਆਂ ਐਮਐਲਏ ਮੁੱਖ ਮੰਤਰੀ ਛੱਡ ਦੇ, ਪਰ ਰੱਬ ਦੇ ਪਿਆਰੇ ਦਾ ਸਾਥ ਨਾ ਛੱਡੇ।
ਰੱਬ ਦੇ ਪਿਆਰੇ ਦੀ ਸੰਗਤ ਨਾ ਛੱਡੀ, ਬਾਕੀ ਸਭ ਕੁਝ ਛੱਡ ਦੇ। ਪਹਿਲੇ ਬਚਨਾਂ ਵੱਲ ਆ ਜਾਈਏ। ਮਹਾਰਾਜ ਬਚਨ ਕਰਦੇ ਨੇ, ਪਾਣੀ ਪੱਖਾ ਪੀਸ ਦਾਸ ਕਹਿ। ਜਿਹੜਾ ਰੱਬ ਦਾ ਪਿਆਰਾ ਨਾ, ਉਹਦੇ ਦਰ ਤੇ ਜਾ ਕਰਕੇ ਪਾਣੀ ਢੋ। ਤੁਸੀਂ ਆਉਂਦੇ ਜੇ ਨਾ ਬਾਬੇ ਭਾਈ ਝਾੜੂ ਦੇ ਦਰ ਤੇ ਆ ਕੇ ਪਾਣੀ ਢੋ। ਸੇਵਾ ਕਰਨ ਦਾ ਭਾਵ ਹੈ ਨਾ। ਪੁਰਾਣੇ ਸਮੇਂ ਵਿੱਚ ਪਾਣੀ ਜਿਹੜਾ ਸੀ ਉਹ ਖੂਹਾਂ ਤੋਂ ਲਿਆ ਕਰਕੇ ਸੰਗਤ ਵਿੱਚ ਵਰਤਾਇਆ ਜਾਂਦਾ ਸੀ। ਚਲੋ ਅੱਜ ਉਹ ਸੇਵਾ ਤੇ ਨਹੀਂ, ਪਾਣੀ ਤਾਂ ਫਿਰ ਵੀ ਆਪਾਂ ਢੋਣੇ ਹੀ ਆ। ਟੂਟੀਆਂ ਤੋਂ ਭਰ ਕੇ ਭਾਵੇਂ ਲੰਗਰ 'ਚ ਵਰਤਾਉਣੇ ਆ, ਲੈ ਕੇ ਤੇ ਜਾਣੇ ਹੀ ਆ। ਸੇਵਾ ਤੇ ਅੱਜ ਵੀ ਹੈਗੀ ਜਿੰਨੇ ਕਰਨੀ ਹੋਵੇ। ਸੋ ਧਿਆਨ ਦੇਣਾ ਗੁਰੂ ਪਿਆਰ ਵਾਲਿਓ। ਦੂਜਾ ਅਰਥ ਇਹ ਵੀ ਲਿਆ ਵਿਦਵਾਨਾਂ ਨੇ ਕਿ ਪ੍ਰੇਮ ਰੂਪੀ ਪਾਣੀ ਢੋ। ਪ੍ਰੇਮ ਪਾ, ਇਹ ਵੀ ਰੱਬ ਦੀ ਸੇਵਾ ਹੀ ਹੈ। ਪਾਣੀ ਪੱਖਾ ਪੀਸ ਦਾਸ ਕਹਿ। ਰੱਬ ਦੇ ਪਿਆਰੇ ਦੇ ਦਰ ਤੇ ਪਾਣੀ ਢੋ। ਰੱਬ ਦੇ ਪਿਆਰੇ ਦੇ ਦਰ ਤੇ ਜੇ ਗਰਮੀ ਦੀ ਰੁੱਤ ਹੈ ਤੇ ਪੱਖਾ ਚੱਲਣਾ ਕਰ। ਤਬ ਹੋਏ ਨਿਹਾਲ। ਮਾਰੇ ਕਹਿੰਦੇ ਤਦੋਂ ਨਿਹਾਲ ਹੋ ਜਾਵੇਗਾ, ਤੇਰਾ ਜੀਵਨ ਸਫਲਾ ਹੋ ਜਾਵੇਗਾ। ਜੇ ਰੱਬ ਦੇ ਪਿਆਰੇ ਦੇ ਦਰ ਤੇ ਆ ਕਰਕੇ ਇਹ ਸੇਵਾ ਕਰੇਗਾ, ਜੀਵਨ ਸਫਲ ਹੋ ਜਾਵੇਗਾ। ਤੇ ਰਾਜ ਮਿਲਕ ਸਿਕਦਾਰੀਆਂ ਅਗਨੀ ਮਹਿਜਾਲ। ਕਹਿੰਦੇ ਰਾਜ ਭਾਗ, ਮਿਲਕ ਦਾ ਅਰਥ ਹੈ ਮਿਲਕ, ਜਗੀਰਾਂ, ਧਨ ਦੌਲਤ, ਜ਼ਮੀਨ ਜਾਇਦਾਦ ਨੂੰ ਮਿਲਕ ਕਹਿੰਦੇ ਆ। ਜ਼ਮੀਨ ਜਾਇਦਾਦ ਨੂੰ ਮਿਲਕ ਕਹਿੰਦੇ ਨੇ। ਰਾਜ ਭਾਗ, ਜ਼ਮੀਨ ਜਾਇਦਾਦ। ਸਿਕਦਾਰੀਆਂ ਦਾ ਅਰਥ ਹੈ ਸਰਦਾਰੀਆਂ, ਚੌਧਰਤਾ। ਅਗਨੀ ਮਹਿਜਾਲ, ਮਾਰੇ ਕਹਿੰਦੇ ਅੱਗ 'ਚ ਸਾੜਦੇ ਨੇ, ਤੇਰਾ ਕੁਝ ਨਹੀਂ ਸਵਾਰਨਾ। ਪਰ ਰੱਬ ਦੇ ਪਿਆਰੇ ਦੇ ਦਰ ਤੇ ਸੇਵਾ ਕਰੇਗਾ ਤੇ ਤੇਰਾ ਜੀਵਨ ਸਫਲਾ ਹੋ ਜਾਵੇਗਾ। ਇਹ ਮਹਾਰਾਜ ਨੇ ਆਪਣੇ ਪਿਆਰਿਆਂ ਨੂੰ ਵਡਿਆਈ ਦਿੱਤੀ। ਅਨੇਕਾਂ ਬਚਨ ਨੇ ਪਾਵਨ ਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਜਿੱਥੇ ਰੱਬ ਦੇ ਪਿਆਰਿਆਂ ਨੂੰ ਗੁਰੂ ਨੇ ਵਡਿਆਈ ਦਿੱਤੀ। ਇਤਿਹਾਸਕ ਬਚਨ ਵੀ ਨੇ। ਹੁਣ ਕਈ ਵਾਰ ਅਸੀਂ ਉਹਨਾਂ ਬਚਨਾਂ ਦੀ ਸਮਝ ਦੀ ਪਹੁੰਚ ਵਿੱਚ ਨਹੀਂ ਹੁੰਦੇ ਤੇ ਅਸੀਂ ਕਹਿ ਦਿੰਦੇ ਇਹ ਕਿਵੇਂ ਹੋ ਸਕਦਾ। ਸਾਡੀ ਪਹੁੰਚ ਤੋਂ ਜਿਹੜੀ ਬਾਹਰ ਗੱਲ ਹੈ ਉਹਨੂੰ ਅਸੀਂ ਮੰਨਣ ਵਾਸਤੇ ਤਿਆਰ ਨਹੀਂ ਹੁੰਦੇ। ਅਸਲ ਵਿੱਚ ਸਾਡੀ ਪਹੁੰਚ ਤੇ ਗੁਰੂ ਦੀ ਪਹੁੰਚ ਦਾ ਜ਼ਮੀਨ ਆਸਮਾਨ ਦਾ ਫਰਕ ਹੈ। ਜੋ ਗੁਰੂ ਕਰ ਸਕਦਾ ਹੈ ਉਹ ਸਾਡੀ ਪਹੁੰਚ ਨਹੀਂ ਗੀ। ਜੋ ਰੱਬ ਦਾ ਪਿਆਰਾ ਕਰ ਸਕਦਾ ਹੈ ਉਹ ਸਾਡੀ ਪਹੁੰਚ ਨਹੀਂ ਗੀ। ਹੁਣ ਜੋ ਬਾਬੇ ਦੀਪ ਸਿੰਘ ਨੇ ਕੀਤਾ ਹੈ ਉਹ ਹਾਰੀ ਸਾਰੀ ਨਹੀਂ ਕਰ ਸਕਦਾ, ਤਾਂ ਹੀ ਤੇ ਕਹਿੰਦੇ ਵੀ ਸਿਰ ਲੱਥੇ ਤੋਂ ਕਿਵੇਂ ਲੜ ਸਕਦਾ। ਹੁਣ ਹਾਰੀ ਸਾਰੀ ਤੇ ਨਹੀਂ ਲੜ ਸਕਦਾ। ਇਹ ਗੱਲ ਤੇ ਵਾਕਈ ਠੀਕ ਹੈ ਵੀ ਨਹੀਂ ਲੜ ਸਕਦਾ ਕੋਈ, ਇਕੱਲਾ ਉਹੀ ਲੜਨ ਵਾਲਾ ਸੀ। ਧਿਆਨ ਦੇਣਾ, ਇਹ ਵਡਿਆਈ ਉਹਦੀ ਝੋਲੀ ਵਿੱਚ ਪਈ ਹੈ। ਇੱਕ ਬਚਨ ਵੱਲ ਧਿਆਨ ਦੇਣਾ। ਇਤਿਹਾਸ ਵਿੱਚ ਇੱਕ ਬਚਨ ਆਉਂਦਾ ਹੈ ਕਿ ਗੁਰੂ ਆਪਣਿਆਂ ਨੂੰ ਵਡਿਆਈ ਕਿਵੇਂ ਦਿੰਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ ਪੜ੍ਹੀਏ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਇੱਕ ਘਟਨਾ ਮਿਲਦੀ ਹੈ ਕਿ ਇੱਕ ਸਿੱਖ ਸੀ ਜੋ ਸਤਿਗੁਰਾਂ ਦੇ ਵਾਸਤੇ ਦਹੀਂ ਲੈ ਕੇ ਆਉਂਦਾ ਸੀ। ਰੋਜ਼ ਸੇਵਾ ਕਰਦਾ ਸੀ, ਦਹੀਂ ਲੈ ਕੇ ਆਉਣਾ। ਵਿਚਾਰਾ ਡੰਗੋਰੀ ਨਾਲ ਪੌੜੀਆਂ ਨਾਲ ਤੁਰਦਾ ਸੀ। ਲੰਗੜਾ ਸਿੱਖ ਉਹਨੂੰ ਲਿਖਿਆ ਵਿਦਵਾਨਾਂ ਨੇ। ਉਹਨੇ ਰੋਜ਼ ਆਪਣੇ ਘਰੋਂ ਦਹੀਂ ਤਿਆਰ ਕਰਕੇ ਗੁਰੂ ਸਾਹਿਬ ਵਾਸਤੇ ਲੈ ਕੇ ਆਉਣਾ। ਤੇ ਗੁਰੂ ਅਮਰਦਾਸ ਜੀ ਨੇ ਉਹਨਾਂ ਚਿਰ ਪ੍ਰਸ਼ਾਦਾ ਨਹੀਂ ਛਕਣਾ ਜਿੰਨਾ ਚਿਰ ਉਹ ਸਿੱਖ ਦਹੀਂ ਨਹੀਂ ਲਿਆਉਂਦਾ। ਇਹ ਨਹੀਂ ਕਿ ਗੁਰੂ ਘਰ ਵਿੱਚ ਕੋਈ ਦਹੀਂ ਦੀ ਘਾਟ ਸੀ, ਵਾਧੂ ਦਹੀਂ ਸੀ, ਪਰ ਇਹ ਪ੍ਰੇਮ ਦੀ ਖੇਡ ਸੀ। ਗੱਲ ਦਹੀਂ ਦੀ ਨਹੀਂ, ਗੱਲ ਪ੍ਰੇਮ ਦੀ ਹੈ। ਵਸਤੂ ਕੋਈ ਵੀ ਭਾਵੇਂ ਉਹ ਛੋਟੀ ਜੀ ਹੈ, ਗੱਲ ਭਾਵਨਾ ਦੀ। ਭਾਈ ਗੁਰਦਾਸ ਜੀ ਕਹਿੰਦੇ ਵਸਤੂ ਵੱਡੀ ਤੇ ਛੋਟੀ ਦੀ ਨਹੀਂ। ਭਾਵੇਂ ਕੋਈ ਕਰੋੜ ਰੁਪਈਆ ਵੀ ਗੁਰੂ ਘਰ ਭੇਟਾ ਕਰਦਾ, ਜੇ ਉਹਦੀ ਭਾਵਨਾ ਸ਼ੁੱਧ ਨਹੀਂ ਤੇ ਉਹ ਕਰੋੜ ਵੀ ਉਸ ਦਾ ਕੁਝ ਨਹੀਂ ਸਵਾਰੇਗਾ। ਪਰ ਜੇ ਭਾਵਨਾ ਸ਼ੁੱਧ ਹੈ ਤੇ ਗੁਰੂ ਨਾਨਕ ਦੇ ਘਰ ਵਿੱਚ ਦਿੱਤੀ ਹੋਈ ਕੌਡੀ ਵੀ ਸਾਡਾ ਜੀਵਨ ਸਵਾਰ ਦਿੰਦੀ। ਭਾਈ ਗੁਰਦਾਸ ਜੀ ਨੂੰ ਪੜ੍ਹੋ, ਜਿਹੜਾ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਈ ਲੇਤ ਹੈ। ਇਸੇ ਤਰ੍ਹਾਂ ਇੱਕ ਸ਼ਬਦ ਹੋਰ ਭਾਈ ਗੁਰਦਾਸ ਜੀ ਦਾ ਆਉਂਦਾ, ਉਹਦੇ ਵਿੱਚ ਭਾਈ ਸਾਹਿਬ ਨੇ ਇੱਕ ਬਚਨ ਲਿਖਿਆ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਹਿੰਦੇ ਭਾਵਨਾ ਨਾਲ, ਪ੍ਰੇਮਾ ਭਗਤੀ ਦੇ ਨਾਲ ਕੋਈ ਪਿਆਰਾ ਕੌਡੀ ਵੀ ਗੁਰੂ ਅੱਗੇ ਮੱਥਾ ਟੇਕ ਦੇਵੇ, ਗੁਰੂ ਉਹਨੂੰ ਸਾਰੇ ਖਜ਼ਾਨੇ ਦੇ ਦਿੰਦਾ ਹੈ। ਗੱਜ ਕਰਕੇ ਆਖੋ ਸਤਨਾਮ। ਸਾਰੀਆਂ ਰਹਿਮਤਾਂ ਉਹਦੀ ਝੋਲੀ ਦੇ ਵਿੱਚ ਪਾ ਦਿੰਦਾ ਹੈ। ਸਿੱਖ ਨੇ ਦਹੀਂ ਲੈ ਕੇ ਆਉਣਾ ਤੇ ਪਾਤਸ਼ਾਹ ਨੇ
रोजाना उडीकना है। एक दिन पिंड दा चौधरी सी, नंबरदार सी, उन्हें उस सिख नूं रोक लिया, क्योंकि इहो जे लोग अज भी मिलते हैं ਜਿਹੜੇ ਟੀਚਰਾਂ ਕਰਨ ਵਾਲੇ ਹੋਣਗੇ, ਜਿਹੜੇ ਤਰਕਾਂ ਕਰਨ ਵਾਲੇ ਹੋਣਗੇ। ਇਹ ਕੀ ਹੈ, ਐਵੇਂ ਤੁਰੇ ਫਿਰਦੇ ਆ। ਕਈਆਂ ਨੂੰ ਇਸ ਗੱਲੋਂ ਬੜੀ ਦਿੱਕਤ ਹੁੰਦੀ ਹੈ ਕਿ ਐਤਵਾਰ ਬਾਬਾ ਦੀਪ ਸਿੰਘ ਦੇ ਸਥਾਨ ਤੇ ਕਿਉਂ ਜਾਂਦੇ ਆ, ਬਾਬੇ ਬੁੱਢੇ ਕਿਉਂ ਜਾਂਦੇ, ਐਵੇਂ ਤੁਰੇ ਫਿਰਦੇ ਆ ਤੇ ਵਾਰ ਬਣ ਲਏ। ਨਹੀਂ, ਉਹਨਾਂ ਐਤਵਾਰ ਇੱਕ ਛੁੱਟੀ ਦਾ ਦਿਨ, ਕੋਈ ਭਰਮ ਨਹੀਂਗਾ, ਸਾਰਿਆਂ ਨੂੰ ਛੁੱਟੀ ਹੁੰਦੀ ਹੈ ਤੇ ਵਿਹਲਾ ਦਿਨ ਕਰਕੇ ਲੋਕ ਚਲੇ ਜਾਂਦੇ ਆ। ਇੱਕ ਦਿਨ ਹੀ ਹੈ ਨਾ ਮਿਥ ਲੈਣਾ। ਇਹ ਨਹੀਂ ਵੀ ਉਸ ਦਿਨ ਜ਼ਿਆਦਾ ਫਲ ਹੁੰਦਾ ਹੈ, ਫਲ ਦਾ ਮਤਲਬ ਨਹੀਂ। ਗੱਲ ਹੈ ਵੀ ਇੱਕ ਦਿਨ ਹੈ, ਬੱਚੇ ਘਰ ਨੇ, ਛੁੱਟੀਆਂ ਨੇ, ਛੁੱਟੀ ਐਤਵਾਰ ਦੀ ਹੁੰਦੀ ਹੈ ਤੇ ਉਹ ਦਿਨ ਸਾਨੂੰ ਮਿਲ ਜਾਂਦਾ ਦਰਸ਼ਨ ਦਿਦਾਰੇ ਕਰਨ ਵਾਸਤੇ। ਕੋਈ ਭਰਮ ਥੋੜਾ। ਭਰਮ ਤੇ ਉਹ ਪਾਏ ਹੋਏ ਆ ਜਿਨ੍ਹਾਂ ਨੇ ਕਦੇ ਵੀ ਸਾਡੇ ਕੋਲ ਸੋਮਵਾਰ ਆਓ ਤੇ ਸਾਡੇ ਕੋਲ ਬੁੱਧਵਾਰ ਆਓ, ਉਹ ਲੋਕਾਂ ਨੇ ਭਰਮ ਪਾਏ ਆ। ਇਹ ਜਿਹੜਾ ਆਪਣੀ ਮੌਜ ਵਿੱਚ ਜਾਣਾ, ਇਹ ਕੋਈ ਭਰਮ ਨਹੀਂਗਾ ਵੀ ਦਿਨ ਜਿਹੜਾ ਸਾਨੂੰ ਵਿਹਲਾ ਲੱਗਾ ਉਹ ਅਸੀਂ ਮਿਥ ਲਿਆ ਆਪਣੀ ਮੌਜ ਨਾਲ, ਉਹ ਵੱਖਰੀ ਗੱਲ ਹੈ। ਧਿਆਨ ਦੇਣਾ ਗੁਰੂ ਪਿਆਰ ਵਾਲਿਓ। ਹੁਣ ਉਹ ਸਿੱਖ ਦਹੀਂ ਲੈ ਕਰਕੇ ਆਉਣ ਲੱਗਾ ਤੇ ਚੌਧਰੀ ਨੇ ਘੇਰ ਲਿਆ, ਜਾਣ ਨਹੀਂ ਦਿੱਤਾ। ਕਹਿਣ ਲੱਗਾ ਤੂੰ ਰੋਜ਼ ਗੁਰੂ ਕੋਲੇ ਜਾਣਾ ਹੈ, ਸੇਵਾ ਕਰਦਾ, ਕੀ ਫਾਇਦਾ ਤੈਨੂੰ ਸੇਵਾ ਕਰਨ ਦਾ ਜੇ ਗੁਰੂ ਤੇਰੀਆਂ ਲੱਤਾਂ ਹੀ ਨਹੀਂ ਠੀਕ ਕਰ ਸਕਦੇ। ਲੰਗੜਾ ਤੇ ਤੂੰ ਤੁਰਿਆ ਫਿਰਦਾ, ਜੇ ਤਰਕ ਕਰਨ ਵਾਲੇ ਨੇ ਕਰਨੀ, ਕੀ ਫਾਇਦਾ ਤੇਰਾ ਸੇਵਾ ਕਰਨ ਦਾ। ਰੋਜ਼ ਇੰਨੀ ਦੂਰ ਚੱਲ ਕੇ ਜਾਣਾ, ਗੋਇੰਦਵਾਲ ਸਾਹਿਬ ਪੱਟੀ ਤੋਂ ਜਾਂਦਾ ਸੀ ਉਹ ਸਿੱਖ ਰੋਜ਼। ਧਿਆਨ ਲਿਓ, ਗੋਇੰਦਵਾਲ ਸਾਹਿਬ ਕਿੱਥੇ ਹੈ, ਉਹਨੇ ਰੋਜ਼ ਦਹੀਂ ਲੈ ਕਰਕੇ ਜਾਣਾ। ਇੰਨੀ ਦੂਰ ਜਾਣਾ ਹੈ, ਕੀ ਫਾਇਦਾ ਤੇਰੇ ਉੱਥੇ ਜਾਣ ਦਾ। ਤੇ ਗੁਰੂ ਪਿਆਰ ਵਾਲਿਓ, ਉਹ ਕਹਿਣ ਲੱਗਾ ਕਿ ਮੈਂ ਗੁਰੂ ਸਾਹਿਬ ਨੂੰ ਕਦੇ ਬੇਨਤੀ ਨਹੀਂ ਕੀਤੀ ਮੇਰੀਆਂ ਲੱਤਾਂ ਠੀਕ ਕਰੋ। ਸਿੱਖ ਕਹਿਣ ਲੱਗਾ ਨਾ ਹੀ ਮੈਂ ਲੱਤਾਂ ਠੀਕ ਕਰਨ ਵਾਸਤੇ ਸੇਵਾ ਕਰ ਰਿਹਾ ਹਾਂ, ਇਹ ਤੇ ਛੋਟੀਆਂ ਜੀਆਂ ਦਾਤਾਂ ਹੈ, ਮੈਂ ਤੇ ਆਪਣਾ ਜੀਵਨ ਸਵਾਰਨ ਵਾਸਤੇ ਸੇਵਾ ਕਰ ਰਿਹਾ। ਵੱਡੀ ਦਾਤ ਲੈਣੀ, ਤੁਛ ਦਾਤ ਦਾ ਕੀ ਲੈਣਾ, ਛੋਟੀ ਦਾਤ ਦਾ ਕੀ ਲੈਣਾ। ਮੈਂ ਤੇ ਆਪਣਾ ਪਰਲੋਕ ਸਵਾਰਨ ਵਾਸਤੇ ਸੇਵਾ ਕਰਦਾ ਹਾਂ, ਮੈਨੂੰ ਇਸ ਦੀ ਕੋਈ ਇੱਛਾ ਨਹੀਂ। 2 ਘੰਟੇ ਉਸ ਚੌਧਰੀ ਨੇ ਜਾਣ ਨਹੀਂ ਦਿੱਤਾ। ਇੱਧਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਪੰਗਤ ਵਿੱਚ ਬੈਠੇ ਨੇ, ਸੰਗਤ ਬੈਠੀ ਹੋਈ ਹੈ, ਲੰਗਰ ਵਰਤ ਗਿਆ ਹੈ, ਪਰ ਛਕ ਕੋਈ ਨਹੀਂ ਰਿਹਾ। ਹੁਣ ਜਿੰਨਾ ਚਿਰ ਗੁਰੂ ਸਾਹਿਬ ਨਹੀਂ ਛਕਦੇ, ਸੰਗਤ ਪਹਿਲਾਂ ਕਿਵੇਂ ਛਕ ਲਵੇ। ਪਰ ਮਹਾਰਾਜ ਡੀਕਦੇ ਪਏ ਸਿੱਖ ਨੂੰ, ਜਿਹਨੇ ਦਹੀਂ ਲੈ ਕੇ ਆਉਣਾ। ਉਹ ਹੁਣ 2 ਘੰਟੇ ਲੇਟ ਹੋ ਗਿਆ ਹੈ, ਦਹੀਂ ਲੈ ਕਰਕੇ ਪਹੁੰਚੇ ਹੈ, ਮਹਾਰਾਜ ਨੂੰ ਭੇਟਾ ਕੀਤਾ, ਮਹਾਰਾਜ ਨੇ ਫਿਰ ਪ੍ਰਸ਼ਾਦਾ ਛਕਿਆ। ਇਹ ਪ੍ਰੇਮ ਦੀ ਖੇਡ ਹੈ। ਪ੍ਰਸ਼ਾਦਾ ਛਕਿਆ, ਬਾਅਦ ਵਿੱਚ ਮਹਾਰਾਜ ਨੇ ਪੁੱਛਿਆ ਕਿ ਸਿੱਖਾ ਅੱਜ ਇੰਨਾ ਲੇਟ ਕਿਉਂ ਹੋ ਗਿਆ। ਸਿੱਖ ਨੇ ਸੱਚ ਸੱਚ ਦੱਸਿਆ ਕਿ ਮਹਾਰਾਜ ਪਿੰਡ ਦੇ ਚੌਧਰੀ ਨੇ ਮੈਨੂੰ ਘੇਰ ਲਿਆ ਸੀ ਤੇ ਉਹਨੇ ਮੈਨੂੰ 2 ਘੰਟੇ ਉਲਝਾ ਰੱਖਿਆ। ਕਹਿਣ ਲੱਗਾ ਕਿ ਤੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੇਵਾ ਕਰਨ ਜਾਣਾ ਹੈ, ਕਿ ਗੁਰੂ ਤੇਰੀਆਂ ਲੱਤਾਂ ਨਹੀਂ ਠੀਕ ਕਰ ਸਕਦਾ, ਤੂੰ ਦੁਖੀ ਤਾਂ ਅਜੇ ਵੀ ਹੋਣਾ ਹੀ ਹੈ। ਮਹਾਰਾਜ ਇਹ ਬਚਨ ਉਸਨੇ ਕਹੇ, ਮੇਰੀ ਤਾਂ ਇੱਛਾ ਨਹੀਂ ਕਿ ਕੋਈ ਲੱਤਾਂ ਠੀਕ ਹੋਣ, ਮੈਂ ਤੇ ਆਪਣਾ ਜੀਵਨ ਸਵਾਰਨ ਵਾਸਤੇ ਤੁਹਾਡੇ ਚਰਨਾਂ ਵਿੱਚ ਆਉਣਾ ਹਾਂ। ਮਹਾਰਾਜ ਹੱਸ ਪਏ, ਕਹਿਣ ਲੱਗੇ ਸਿੱਖਾ ਸਾਨੂੰ ਇਸ ਗੱਲ ਦਾ ਖਿਆਲ ਨਹੀਂ ਆਇਆ। ਮਹਾਰਾਜ ਨੇ ਬਚਨ ਬੜਾ ਢੁਕਵਾਂ ਕੀਤਾ। ਮਹਾਰਾਜ ਕਹਿੰਦੇ ਸਿੱਖਾ ਜਾ ਚਲਾ ਜਾ, ਸਾਡਾ ਇੱਕ ਸਿੱਖ ਹੀ ਇੱਥੋਂ ਥੋੜੀ ਦੂਰ, ਉਹਦਾ ਨਾਂ ਹੀ ਸ਼ਾਹ ਹੁਸੈਨ, ਗੁਰੂ ਅਮਰਦਾਸ ਜੀ ਦਾ ਸਿੱਖ ਸੀ ਉਹ, ਉਹਦਾ ਨਾਂ ਸ਼ਾਹ ਹੁਸੈਨ ਹੀ, ਉਹਦੇ ਕੋਲ ਚਲਾ ਜਾ, ਉਹਨੂੰ ਕਹਿ ਦੇਵੀਂ ਕਿ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਤੇ ਮੇਰੀਆਂ ਲੱਤਾਂ ਠੀਕ ਕਰ ਦਿਓ। ਆਪਣੇ ਸੇਵਕ ਨੂੰ ਵਡਿਆਈ ਕਿਵੇਂ ਦਿੰਦਾ ਮਾਲਕ। ਇਹ ਕਰਮ ਆਪ ਉਹ ਵੀ ਕਰ ਸਕਦੇ ਸੀ, ਪਰ ਕਿਉਂ ਭੇਜਿਆ, ਧਿਆਨ ਦੇਣਾ। ਮਹਾਰਾਜ ਕਹਿੰਦੇ ਜਾ ਸ਼ਾਹ ਹੁਸੈਨ ਕੋਲੇ ਚਲਾ ਜਾ। ਸ਼ਾਹ ਹੁਸੈਨ ਦਾ ਸੁਭਾਅ ਬੜਾ ਗਰਮ ਸੀ, ਉਹ ਕਿਸੇ ਨੂੰ ਲਾਗੇ ਨਹੀਂ ਸੀ ਲੱਗਦਾ, ਡੰਡਾ ਬੜਾ ਫੇਰਦਾ ਸੀ, ਸੁਭਾਅ ਹੁੰਦਾ ਨਾ ਆਪੋ ਆਪਣਾ। ਹੁਣ ਸਿੱਖ ਡਰਦਾ ਡਰਦਾ ਉਹਦੇ ਕੋਲ ਗਿਆ, ਜਾ ਕੇ ਰੱਬ ਦੇ ਪਿਆਰੇ ਨੂੰ ਨਮਸਕਾਰ ਕੀਤੀ ਹੈ ਤੇ ਕਹਿਣ ਲੱਗਾ ਸ਼ਾਹ ਹੁਸੈਨ ਜੀ ਮੈਨੂੰ ਗੁਰੂ ਅਮਰਦਾਸ ਜੀ ਨੇ ਤੁਹਾਡੇ ਕੋਲ ਭੇਜਿਆ ਹੈ, ਮੇਰੀਆਂ ਲੱਤਾਂ ਠੀਕ ਕਰ ਦਿਓ। ਉਹ ਕਹਿੰਦਾ ਠਹਿਰ ਜਾ, ਤੈਨੂੰ ਮੈਂ ਸਬਕ ਦੇਣਾ ਹੈ। ਉਹਦੇ ਕੋਲ ਸਲੋਤਰ ਸੀ, ਜਿਵੇਂ ਲਿਖਿਆ ਇਤਿਹਾਸ ਵਿੱਚ। ਉਹਨੇ ਸਲੋਤਰ ਫੜਿਆ ਤੇ ਡੰਡਾ ਫੜਿਆ ਤੇ ਉਹ ਸਿੱਖ ਦੇ ਮਗਰ ਪੈ ਗਿਆ। ਹੁਣ ਡਰਦਾ ਬੰਦਾ ਭੱਜੂਗਾ ਹੀ ਨਾ। ਉਹ ਡਰਦਾ ਮਾਰਾ ਸਿੱਖ ਜਦੋਂ ਦੌੜਿਆ ਏ,
ਡੰਗੋਰੀ ਉੱਥੇ ਹੀ ਸੁੱਟ ਆਇਆ ਤੇ ਲੱਤਾਂ ਉਹਦੀਆਂ ਠੀਕ ਹੋ ਗਈਆਂ। ਇਹ ਵੀ ਖੇਡ ਸੀ ਗੁਰੂ ਦੀ। ਉਹ ਜਦੋਂ ਦੌੜਿਆ ਨਾ ਤੇ ਉਹਦੀਆਂ ਲੱਤਾਂ ਠੀਕ ਹੋ ਗਈਆਂ ਤੇ ਦੌੜਦਾ ਦੌੜਦਾ ਸਤਿਗੁਰਾਂ ਦੇ ਕੋਲ ਆ ਗਿਆ ਤੇ ਮਗਰੇ ਹੀ ਸ਼ਾਹ ਹੁਸੈਨ ਵੀ ਆ ਗਿਆ। ਆ ਕਰਕੇ ਮੱਥਾ ਟੇਕਿਆ, ਕਹਿੰਦਾ ਮਹਾਰਾਜ ਇਹ ਨਵਾਂ ਹੀ ਕੰਮ ਤੁਸੀਂ ਸ਼ੁਰੂ ਕਰ ਲਿਆ, ਕਰਨਾ ਸਭ ਕੁਝ ਆਪ ਹੁੰਦਾ ਹੈ ਤੇ ਨਾ ਸਾਡਾ ਵਰਤੀ ਜਾਂਦੇ ਆ ਵੀ ਸ਼ਾਹ ਹੁਸੈਨ ਤੁਹਾਨੂੰ ਠੀਕ ਕਰੇਗਾ। ਮਹਾਰਾਜ ਕਹਿੰਦੇ ਕਰਨਾ ਤੇ ਤੁਸੀਂ ਆਪ ਸਭ ਕੁਝ। ਮਹਾਰਾਜ ਨੂੰ ਕਹਿਣ ਲੱਗਾ ਇਉਂ ਮਹਾਰਾਜ ਜਦੋਂ ਵੀ ਕੁਝ ਕਾਰਜ ਕਰਦੇ ਨੇ ਉਹ ਆਪ ਸਭ ਕੁਝ ਕਰ ਸਕਦੇ ਨੇ, ਪਰ ਆਪਣੇ ਗੁਰਸਿੱਖਾਂ ਨੂੰ ਵਡਿਆਈ ਦਿੰਦੇ ਆ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਕਿਉਂ ਭੇਜਿਆ? ਕਿ ਮਹਾਰਾਜ ਆਪ ਸਮਰੱਥ ਨਹੀਂਗੇ, ਸਭ ਕੁਝ ਕਰ ਸਕਦੇ, ਪਰ ਆਪਣੇ ਪਿਆਰਿਆਂ ਨੂੰ ਵਡਿਆਈ ਦੇਣੀ ਆ। ਪਰ ਸਾਡੇ ਵਰਗੇ ਮੂਰਖਾਂ ਨੂੰ ਸਮਝ ਨਹੀਂ ਪੈਂਦੀ, ਅਸੀਂ ਕਿੰਤੂ ਕਰ ਬੈਠਦੇ ਹਾਂ ਕਿ ਬਾਬਾ ਬੁੱਢਾ ਜ਼ਿਆਦੇ ਪੁੱਤਰ ਦਿੰਦਾ ਹੈ, ਹੋਰ ਕਿਤੋਂ ਨਹੀਂ ਮਿਲਦੇ। ਇਹੋ ਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ। ਕਈ ਨਿਕੰਮੇ ਅੱਜ ਜਿਹੜੇ ਆ 2-2 ਸਾਲ ਦਾ ਕੋਰਸ ਕਰਕੇ ਨਵੇਂ ਪ੍ਰਚਾਰਕ ਪੈਦਾ ਹੋਏ, ਉਹਨਾਂ ਨੇ ਤੇ ਪੱਕਾ ਹੀ 100 ਦੇ ਵਿੱਚੋਂ 90 ਤਾਂ ਇਹੋ ਜਿਹੇ ਆ ਜਿਹੜੇ ਕਿੰਤੂ ਪਰੰਤੂ ਕਰਨ ਵਾਲੇ। 10 ਕੁ ਜਾਣੇ ਆ ਜਿਹੜੇ 10% ਜਿਹੜੇ ਭਾਵਨਾ ਵਾਲੇ ਹੋਣਗੇ, ਨਹੀਂ ਤਾਂ 90% ਇਹੋ ਜਿਹੇ ਉਹਨਾਂ ਕਾਲਜਾਂ 'ਚੋਂ ਪੈਦਾ ਹੁੰਦੇ ਆ ਜਿਹੜੇ ਕਿੰਤੂ ਪਰੰਤੂ ਤੋਂ ਇਲਾਵਾ ਕੁਝ ਵੀ ਉਹਨਾਂ ਦੇ ਪੱਲੇ ਨਹੀਂ, ਨਾ ਕੋਈ ਗੁਰੂ ਦੀ ਗੱਲ, ਨਾ ਕੋਈ ਇਤਿਹਾਸ, ਹਰ ਚੀਜ਼ ਨੂੰ ਕੱਟਣਾ। ਸੋ ਗੁਰੂ ਪਿਆਰ ਵਾਲਿਓ, ਵਡਿਆਈ ਆਪਣੇ ਸੇਵਕਾਂ ਦੀ ਮਾਲਕ ਨੇ ਆਪ ਕਰਾਉਣੀ ਹੈ। ਬਚਨ ਪੜਿਆ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜਿਹਨੂੰ ਉਹਨੇ ਵੱਡਾ ਕਰਨਾ ਹੈ, ਵੱਡਾ ਉਹ ਆਪ ਕਰਦਾ ਹੈ ਆਪਣੇ ਪਿਆਰਿਆਂ ਨੂੰ। ਰੋਜ਼ ਅਸੀਂ ਸੁਖ ਆਸਨ ਵੇਲੇ ਇੱਕ ਸ਼ਬਦ ਪੜ੍ਹਦੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸੁਖ ਆਸਨ ਹੁੰਦਾ ਨਾ ਹਰ ਪਿੰਡ ਵਿੱਚ, ਹਰ ਗੁਰਦੁਆਰੇ ਵਿੱਚ, ਤੇ ਜਦੋਂ ਮਹਾਰਾਜ ਦਾ ਸਰੂਪ ਲੈ ਕੇ ਅਸੀਂ ਸੱਚਖੰਡ ਵਿੱਚ ਜਾਂਦੇ ਹਾਂ ਤੇ ਉਦੋਂ ਸੰਗਤਾਂ ਇੱਕ ਸ਼ਬਦ ਪੜ੍ਹਦੀਆਂ ਗੁਰੂ ਰਾਮਦਾਸ ਜੀ ਦਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਸਾਨ ਸੁਹਾਵਾ ਰਾਮ ਰਾਜੇ। ਇਸ ਸ਼ਬਦ ਦੀ ਆਖਰੀ ਪੰਕਤੀ ਪਤਾ ਕਿਹੜੀ ਹੈ? ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਸ ਨੇ ਗੁਰੂ ਨਾਨਕ ਦੀ ਪੂਜਾ ਕੀਤੀ, ਗੁਰੂ ਨਾਨਕ ਉਹਦੀ ਪੂਜਾ ਕਰਵਾਉਂਦਾ ਹੈ। ਗੱਜ ਕਰਕੇ ਆਖੋ ਸਤਨਾਮ। ਜਿਨੇ ਗੁਰੂ ਨੂੰ ਪੂਜਿਆ ਫਿਰ ਗੁਰੂ ਉਹਦੀ ਪੂਜਾ ਕਰਵਾਉਂਦਾ, ਉਹਦੀ ਵਡਿਆਈ ਕਰਵਾਉਂਦਾ ਦੁਨੀਆ ਦੇ ਵਿੱਚ। ਬਾਬੇ ਭਾਈ ਝਾੜੂ ਨੇ ਗੁਰੂ ਨੂੰ ਪੂਜਿਆ, ਅੱਜ ਦੁਨੀਆ ਬਾਬੇ ਭਾਈ ਝਾੜੂ ਨੂੰ ਪੂਜਦੀ। ਜਿਨੇ ਗੁਰੂ ਨੂੰ ਪੂਜਿਆ ਨਾ ਉਹਨੂੰ ਦੁਨੀਆ ਪੂਜੇਗੀ, ਤੇ ਜਿਨੇ ਗੁਰੂ ਦੇ ਹੁਕਮ ਵਿੱਚ ਨਹੀਂ ਚੱਲਣਾ ਕੀਤਾ, ਦੁਨੀ ਚੰਦ ਵੀ ਗੁਰੂ ਕਰ ਰਿਹਾ ਉਹਨੂੰ ਨਹੀਂ ਕੋਈ ਪੂਜਦਾ, ਗੰਗੂ ਵੀ ਗੁਰੂ ਕਰ ਰਿਹਾ ਉਹਨੂੰ ਨਹੀਂ ਕੋਈ ਪੂਜਦਾ, ਮੋਤੀ ਮਹਿਰਿਆ ਰਿਹਾ ਨਹੀਂ ਗੁਰੂ ਘਰ ਵਿੱਚ, ਪਰ 2 ਦਿਨ ਸੇਵਾ ਕੀਤੀ ਅੱਜ ਦੁਨੀਆ ਪੂਜਦੀ ਹੈ। ਗੁਰੂ ਘਰ ਬਣੇ ਉਹਦੇ ਨਾਂ ਤੇ, ਧਿਆਨ ਦੇਣਾ। ਸੋ ਗੁਰੂ ਪਿਆਰ ਵਾਲ, ਗੁਰੂ ਆਪਣੇ ਪਿਆਰੇ ਨੂੰ ਵਡਿਆਈ ਦਿੰਦਾ ਹੈ। ਪਾਤਸ਼ਾਹ ਕਹਿੰਦੇ ਨੇ ਪਾਣੀ ਪੱਖਾ ਪੀਸ ਦਾਸ ਕਹਿ, ਰੱਬ ਦੇ ਪਿਆਰੇ ਦੇ ਦਰ ਤੇ ਜਾ ਕਰਕੇ ਪਾਣੀ ਢੋ, ਪੱਖਾ ਚੱਲ ਤਬ ਹੋਏ ਨਿਹਾਲ, ਤਦੋਂ ਨਿਹਾਲ ਹੋਵੇਗਾ ਰਾਜ ਮਿਲਕ ਸਿਕਦਾਰੀਆਂ ਅਗਨੀ ਮਹਜਾਲ। ਰਾਜ ਭਾਗ ਜ਼ਮੀਨ ਜਾਇਦਾਦ ਇਹ ਚੌਧਰਤਾ ਅੱਗ 'ਚ ਸਾੜਦੇ, ਇਹਨੇ ਤੇਰਾ ਸਾਥ ਨਹੀਂ ਦੇਣਾ। ਰੱਬ ਦੇ ਪਿਆਰਿਆਂ ਦੀ ਕੀਤੀ ਹੋਈ ਸੇਵਾ ਤੇਰੇ ਨਾਲ ਜਾਣੀ। ਸੰਤ ਜਨਾਂ ਕਾ ਸ਼ੋਹਰਾ ਤਿਸ ਚਰਨੀ ਲਾਗ। ਰੱਬ ਦੇ ਪਿਆਰਿਆਂ ਦੇ ਘਰ ਦਾ ਨਿੱਕਾ ਜਿਹਾ ਸੇਵਕ ਵੀ ਹੋਵੇ ਨਾ, ਉਹਦੇ ਵੀ ਚਰਨੀ ਲੱਗ। ਮਾਇਆ ਧਾਰੀ ਛਤਰਪਤ ਤਿਨ ਛੋਡੋ ਤਿਆਗ। ਜੇ ਕੋਈ ਮਾਇਆ ਧਾਰੀ ਭਾਵੇਂ ਛਤਰਪਤੀ ਰਾਜਾ ਵੀ ਹੈ ਉਹਨੂੰ ਛੱਡ ਦੇ, ਪਰ ਰੱਬ ਦੇ ਪਿਆਰੇ ਦਾ ਸਾਥ ਨਾ ਛੱਡੇ। ਅਗਲੇ ਬਚਨ ਮੈਂ 5 ਮਿੰਟ ਲੈਣੇ, ਸਮਾਪਤੀ ਕਰ ਦੇਣੀ, ਧਿਆਨ ਦੇਣਾ। ਗੁਰੂ ਪਿਆਰ ਵਾਲਿਓ, ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਰੱਬ ਦੇ ਪਿਆਰਿਆਂ ਦੇ ਘਰ ਦਾ ਰੁੱਖਾ ਮਿੱਸਾ ਭੋਜਨ ਵੀ ਜਿਹੜਾ ਨਾ ਉਹ ਸਾਰੇ ਖਜ਼ਾਨੇ ਦੇਣ ਵਾਲਾ ਹੈ। ਉਹਦੇ 'ਚ ਬਰਕਤ ਹੈ, ਭਾਵੇਂ ਸਿੰਪਲ ਦਾਲ ਵੀ ਛਕ ਲਈਏ, ਸਿੰਪਲ ਪ੍ਰਸ਼ਾਦਾ ਵੀ ਛਕ ਲਈਏ, ਉਹ ਬਰਕਤਾਂ ਭਰਿਆ ਹੈ। ਰੁੱਖਾ ਮਿੱਸਾ ਭੋਜਨ ਵੀ ਰਹਿਮਤਾਂ ਵਰਤਾਉਣ ਵਾਲਾ ਹੈ, ਪਰ ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਰੱਬ ਤੋਂ ਟੁੱਟੇ ਹੋਏ ਦੇ ਘਰ ਭਾਵੇਂ 36 ਪ੍ਰਕਾਰ ਦੇ ਭੋਜਨ ਹੈ, ਸੱਜਣਾ ਉਹ ਛਕੇਗਾ ਤੇ ਉਹ ਜ਼ਹਿਰ ਵਰਗੇ ਹੀ ਜ਼ਹਿਰ ਵਰਗੇ। ਰੱਬ ਤੋਂ ਟੁੱਟੇ ਹੋਏ ਦੇ ਘਰ ਦੇ 36 ਪ੍ਰਕਾਰ ਦੇ ਭੋਜਨ ਜ਼ਹਿਰ ਵਰਗੇ ਨੇ, ਪਰ ਰੱਬ ਦੇ ਪਿਆਰੇ ਦੇ ਘਰ ਦਾ ਰੁੱਖਾ ਮਿੱਸਾ ਪ੍ਰਸ਼ਾਦਾ ਅੰਮ੍ਰਿਤ ਵਰਗਾ ਹੈ। ਸਾਰੇ ਖਜ਼ਾਨਿਆਂ ਦਾ ਉਹ ਖਜ਼ਾਨਾ ਹੈ। ਗੁਰੂ ਨਾਨਕ ਏਮਨਾਬਾਦ ਸਾਹਿਬ ਜਾਂਦੇ ਨੇ, ਗੁਰੂ ਨਾਨਕ ਸਾਹਿਬ ਏਮਨਾਬਾਦ ਜਾਂਦੇ ਨੇ ਤੇ ਗੁਰਮੁਖੋ ਮਲਕ ਭਾਗੋ ਦੇ ਘਰ 36 ਪ੍ਰਕਾਰ ਦੇ ਭੋਜਨ ਨੇ, ਪਰ ਗੁਰੂ ਨਾਨਕ ਉਧਰ ਨਹੀਂ ਗਿਆ। ਗੁਰੂ ਨਾਨਕ ਸਾਹਿਬ ਕਿੱਧਰ ਗਏ ਨੇ? ਭਾਈ ਲਾਲੋ ਦੇ ਘਰ, ਜਿਹਦੇ ਘਰ ਸੁੱਕੇ ਪ੍ਰਸ਼ਾਦੇ ਨੇ ਉਹ ਵੀ ਬਾਜਰੇ ਦੇ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਪਤਾ ਹੈ ਇਹ ਅੰਮ੍ਰਿਤ ਹੈ,
ਉਹ ਜ਼ਹਿਰ ਹੈ। ਜ਼ਹਿਰ ਨੂੰ ਛਕਿਆ ਨਹੀਂ ਗੁਰੂ ਨਾਨਕ ਸਾਹਿਬ ਨੇ, ਪ੍ਰਤੱਖ ਕਰਕੇ ਵੀ ਵਿਖਾ ਦਿੱਤਾ ਸੀ ਮਲਕ ਭਾਗੋ ਨੂੰ, ਤੇਰੇ ਪੂੜਿਆਂ ਵਿੱਚੋਂ ਲਹੂ ਚੋਂਦਾ ਈ, ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਸਿਮਦਾ ਈ। ਕਿਉਂਕਿ ਇਹ ਦਸਾਂ ਨੌਹਾਂ ਦੀ ਕਿਰਤ ਹੈ, ਇਹ ਰੱਬ ਦੇ ਪਿਆਰੇ ਦਾ ਜੀਵਨ ਹੈ, ਇਹ ਰੱਬ ਦੇ ਪਿਆਰੇ ਦੇ ਘਰ ਦਾ ਪ੍ਰਸ਼ਾਦਾ, ਸੁੱਕਾ ਮਿੱਸਾ, ਰੁੱਖਾ ਮਿੱਸਾ ਵੀ ਅੰਮ੍ਰਿਤ ਵਰਗਾ ਹੈ, ਸਾਰੇ ਖਜ਼ਾਨਿਆਂ ਦਾ ਖਜ਼ਾਨਾ ਹੈ। ਪਰ ਰੱਬ ਤੋਂ ਟੁੱਟੇ ਹੋਏ ਬੇਈਮਾਨ ਅਤੇ ਲਾਲਚੀ, ਕਾਮੀ, ਕ੍ਰੋਧੀ ਮਨੁੱਖ ਦੇ ਘਰੋਂ ਜਿਹੜਾ ਪ੍ਰਸ਼ਾਦਾ ਛਕਣਾ ਹੈ, ਮਹਾਰਾਜ ਕਹਿੰਦੇ ਉਹ ਜ਼ਹਿਰ ਵਰਗਾ ਹੈ। ਅਗਲਾ ਬਚਨ ਧਿਆਨ ਦੇਣ ਵਾਲਾ ਹੈ, 2 ਪੰਕਤੀਆਂ ਰਹਿ ਗਈਆਂ, ਮੈਂ ਸਮਾਪਤੀ ਕਰਨ ਲੱਗਾ। ਭਗਤ ਜਨਾ ਕਾ ਲੂਗਰਾ ਓਡ ਨਗਣ ਨਾ ਹੋਈ। ਲੂਗਰਾ ਫਟਿਆ ਪੁਰਾਣਾ ਕੱਪੜਾ। ਕਹਿੰਦੇ ਰੱਬ ਦੇ ਪਿਆਰਿਆਂ ਦੇ ਕੋਲੋਂ ਮਿਲਿਆ ਹੋਇਆ ਨਾ, ਭਾਵੇਂ ਸਿੰਪਲ ਜਾਂ ਸਿਰਪਾਓ ਹੋਵੇ, ਫਟਿਆ ਪੁਰਾਣਾ ਕੱਪੜਾ ਵੀ ਭਾਵੇਂ ਸਰੋਪੇ ਦੇ ਰੂਪ ਵਿੱਚ ਗਲ 'ਚ ਪਾਤਾ ਉਹਨਾਂ ਨੇ, ਪਰ ਜੇ ਕਿਤੇ ਉਹਨੂੰ ਕੋਲ ਰੱਖੇਗਾ ਤੇ ਤੇਰੀ ਪੱਤ ਢੱਕੀ ਰਹੇਗੀ, ਕਦੇ ਤੂੰ ਪਰਲੋਕ ਵਿੱਚ ਨੰਗਾ ਨਹੀਂ ਹੋਵੇਗਾ। ਪੱਤ ਨਹੀਂ ਤੇਰੀ ਕਦੇ ਲੱਥੇਗੀ। ਸਿਰਪਾਓ ਦਾ ਅਰਥ ਕੀ ਹੈ? ਸਿਰ ਪਾਉ, ਸਿਰ ਤੋਂ ਲੈ ਕਰਕੇ ਪਾਉ ਪੈਰਾਂ ਤੱਕ ਪੱਤ ਢੱਕਣ ਵਾਲਾ ਗੁਰੂ ਦੀ ਬਖਸ਼ਿਸ਼ ਭਰਿਆ ਕੱਪੜਾ। ਅਸੀਂ ਤੈਨੂੰ ਅੱਜ ਅਸੀਂ ਜਲੂਸ ਕੱਢਤਾ ਸਰੋਪੇ ਦਾ, ਜਿਹੜਾ ਆਇਆ ਉਹਦੇ ਘਰ ਗਲ 'ਚ ਪਾਤਾ, ਮੋਨਾ ਕੋਨਾ ਭਾਵੇਂ ਕੋਈ ਜਿਸ ਤਰ੍ਹਾਂ ਦਾ ਮਰਜ਼ੀ ਹੈ, ਸਰੋਪਾ ਪਾਉਣ ਦੀ ਕਰਦੇ ਆ, ਪਤਾ ਨਹੀਂ ਕਿੰਨੇ ਕੁ ਕਾਲੇ ਬੈਠੇ ਹੁੰਦੇ ਸੀ। ਧਿਆਨ ਦੇਣਾ, ਸਿਰਪਾਓ ਹੈ ਗੁਰੂ ਦੀ ਬਖਸ਼ਿਸ਼। ਤੇ ਅੱਜ ਤਾਂ ਇਹ ਸਿਰਪਾਓ ਕੀ ਮਖੌਲ ਬਣਾ ਕੇ ਰੱਖ ਦਿੱਤਾ ਗੁਰੂ ਪਿਆਰ ਵਾਲਿਓ। ਜੇ ਇਧਰਲੀ ਪਾਰਟੀ ਛੱਡ ਕੇ ਕੋਈ ਦੂਜੀ ਪਾਰਟੀ 'ਚ ਗਿਆ, ਉਹਦੇ ਗਲ 'ਚ ਪਾ ਦਿਓ, ਉਧਰਲਾ ਇੱਧਰ ਆਇਆ ਉਹਦੇ ਗਲ 'ਚ ਪਾ ਦਿਓ। ਇਹ ਪਾਰਟੀਆਂ ਬਦਲਣ ਵਾਸਤੇ ਬਣਿਆ? ਹਾਰ ਪਾ ਲਓ, ਹੋਰ ਕੁਝ ਪਾ ਲਓ, ਵੱਖਰੀ ਗੱਲ, ਪਰ ਸਿਰਪਾਓ ਨਹੀਂ ਪਾਉਣਾ ਚਾਹੀਦਾ। ਸਿਰਪਾਓ ਜਿਹੜਾ ਹੈ ਇਹ ਗੁਰੂ ਨਾਲ ਸੰਬੰਧ ਰੱਖਦਾ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ ਤੇ ਉਹਨੂੰ ਮਿਲਦਾ ਜਿਹਨੇ ਸੇਵਾ ਕੀਤੀ, ਜਿਹਨੇ ਕੋਈ ਚੰਗਾ ਕਰਮ ਕੀਤਾ ਹੈ। ਜਿਹਨੇ ਇੱਕ ਪਾਰਟੀ ਛੱਡ ਕੇ ਦੂਜੀ 'ਚ ਗਿਆ, ਫਿਰ ਦੂਜੀ ਛੱਡ ਕੇ ਫਿਰ ਉਸੇ 'ਚ ਗਿਆ, ਦਲ ਬਦਲੂਆਂ ਵਾਸਤੇ ਸਿਰਪਾਓ ਨਹੀਂ ਗਏ, ਇਹ ਨਕੰਮਿਆਂ ਵਾਸਤੇ ਸਿਰਪਾਓ ਨਹੀਂ ਗਾ। ਧਿਆਨ ਦੇਣਾ, ਇਹ ਸਿਰਪਾਓ ਜਿਹੜਾ ਇਹ ਬਖਸ਼ਿਸ਼ ਹੈ, ਜਿਹਨੂੰ ਮਿਲਦਾ ਹੈ ਉਹਦੀ ਪੱਤ ਰੱਖਣ ਵਾਲਾ ਹੈ। ਮਹਾਰਾਜ ਕਹਿੰਦੇ ਨੇ ਰੱਬ ਦੇ ਭਗਤਾਂ ਦੇ ਘਰੋਂ ਫਟਿਆ ਪੁਰਾਣਾ ਕੱਪੜਾ ਵੀ ਜੇ ਸਿਰਪਾਓ ਦੇ ਰੂਪ ਵਿੱਚ ਮਿਲ ਜਾਵੇ, ਤੇਰੀ ਪੱਤ ਰਹੇਗੀ, ਤੂੰ ਨੰਗਾ ਨਹੀਂ ਹੋਵੇਂਗਾ, ਪਰਲੋਕ ਦੇ ਵਿੱਚ ਤੇਰੀ ਪੱਤ ਟੱਕੀ ਰਹੇਗੀ। ਪਰ ਸਾਕਤ ਸਿਰਪਾਓ ਰੇਸ਼ਮੀ ਪਹਿਰਤ ਪੱਤ ਕੋਈ, ਕਹਿੰਦੇ ਰੱਬ ਤੋਂ ਟੁੱਟੇ ਹੋਏ ਦੇ ਘਰੋਂ ਭਾਵੇਂ ਰੇਸ਼ਮ ਦਾ ਵੀ ਤੈਨੂੰ ਸਿਰਪਾਓ ਮਿਲ ਜਾਵੇ, ਵਧੀਆ ਤੋਂ ਵਧੀਆ ਵੀ ਕੱਪੜਾ ਮਿਲ ਜਾਵੇ, ਉਹਨੂੰ ਪਾ ਕੇ ਤੇਰੀ ਪੱਤ ਲੈ ਜਾਣੀ, ਪਰ ਰੱਬ ਦੇ ਪਿਆਰੇ ਦੇ ਘਰ ਦਾ ਫਟਿਆ ਪੁਰਾਣਾ ਵੀ ਜਿਹੜਾ ਤੇਰੀ ਪੱਤ ਢੱਕ ਲਵੇਗਾ। ਧਿਆਨ ਦੇਣਾ, ਅਗਲਾ ਬਚਨ ਸਾਕਤ ਸਿਉ ਮੁਖ ਜੋਰਿਆ ਅੱਧ ਵਿੱਚੋਂ ਟੁੱਟੈ। ਰੱਬ ਤੋਂ ਟੁੱਟੇ ਹੋਏ ਨਾਲ ਮੂੰਹ ਜੋੜੇਗਾ ਤੇ ਅੱਧ ਚੋਂ ਟੁੱਟ ਜਾਵੇਂਗਾ, ਭਾਵ ਰੱਬ ਤੱਕ ਤੇਰੀ ਪਹੁੰਚ ਨਹੀਂ ਬਣੇਗੀ, ਇੱਥੇ ਗਰਕ ਜਾਵੇਂਗਾ। ਤੇ ਹਰ ਜਨ ਕੀ ਸੇਵਾ ਜੋ ਕਰੇ ਇਤ ਊਟ ਹੈ ਛੂਟ ਹੈ। ਮਾਰੇ ਕਹਿੰਦੇ ਰੱਬ ਦੇ ਪਿਆਰੇ ਦੀ ਜਿਹੜਾ ਸੇਵਾ ਕਰਦਾ ਨਾ, ਰੱਬ ਦੇ ਪਿਆਰੇ ਦੇ ਘਰ ਜਾ ਕੇ ਜਿਹੜਾ ਸੇਵਾ ਕਰਦਾ ਹੈ, ਉਹਨੂੰ ਇੱਥੇ ਵੀ ਫਲ ਮਿਲਦਾ ਤੇ ਉਹਨੂੰ ਪਰਲੋਕ ਵਿੱਚ ਵੀ ਫਲ ਮਿਲਦਾ। ਉਹ ਇੱਥੇ ਵੀ ਛੁੱਟ ਜਾਂਦਾ ਹੈ, ਪਰਲੋਕ ਵਿੱਚ ਵੀ ਉਹਦੀ ਸਹਾਇਤਾ ਹੁੰਦੀ ਹੈ। ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ। ਮਹਾਰਾਜ ਇਹ ਖੇਡ ਸਾਡੀ ਨਹੀਂ, ਇਹ ਸਾਰੀ ਤੁਹਾਡੀ, ਤੁਹਾਡੇ ਤੋਂ ਹੀ ਸਭ ਕੁਝ ਹੁੰਦਾ ਹੈ। ਆਪ ਹੀ ਤੁਸੀਂ ਇਹ ਰਚਨਾ ਇਸ ਤਰ੍ਹਾਂ ਦੀ ਰਚੀ ਹੋਈ ਹੈ। ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ। ਪਾਤਸ਼ਾਹ ਕਹਿੰਦੇ ਅਸੀਂ ਤੇ ਸਾਧੂ ਦਾ ਦਰਸ਼ਨ ਕਰਕੇ ਮਾਲਕ ਦੇ ਗੁਣ ਗਾਉਨੇ ਆ, ਕਿਉਂਕਿ ਰੱਬ ਦੇ ਪਿਆਰੇ ਦੇ ਦਰਸ਼ਨ ਕਰਕੇ ਰੱਬ ਚੇਤੇ ਆਉਂਦਾ ਹੈ। ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ, ਮਨ ਕੀ ਕਟੀਐ ਮੈਲ ਸਾਧ ਸੰਗ ਉਠਿਆ। ਰੱਬ ਦੇ ਪਿਆਰਿਆਂ ਦੇ ਦਰ ਤੇ ਕੀਤੀ ਹੋਈ ਸੇਵਾ ਸਾਡਾ ਜੀਵਨ ਸਵਾਰਦੀ ਹੈ, ਪਰ ਰੱਬ ਤੋਂ ਟੁੱਟਿਆਂ ਹੋਇਆਂ ਦੀ ਸੰਗਤ, ਰੱਬ ਤੋਂ ਟੁੱਟਿਆਂ ਹੋਇਆਂ ਦੀ ਕੀਤੀ ਹੋਈ ਚਾਪਲੂਸੀ ਸਾਡਾ ਜੀਵਨ ਜਿਹੜਾ ਉਹ ਵਿਗਾੜ ਦੇਵੇਗੀ। ਅਸੀਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹਾਂ। ਬਾਬਾ ਭਾਈ ਝਾੜੂ ਜੀ ਦਾ ਸਾਲਾਨਾ ਜੋੜ ਮੇਲਾ ਮਨਾ ਰਹੇ ਹਾਂ। ਉਹਨਾਂ ਦੇ ਦਰ ਤੇ ਸੇਵਾਦਾਰ ਬਣ ਕੇ ਆਇਆ ਕਰੋ, ਭਾਵਨਾ ਨਾਲ ਆਇਆ ਕਰੋ। ਰੱਬ ਦੇ ਦਰ ਦੇ ਪਿਆਰਿਆਂ ਤੇ ਘਰ ਵਿੱਚ ਆ ਕਰਕੇ ਸੇਵਾ ਕਰਾਂਗੇ ਤੇ ਕੋਈ ਘਾਟ ਨਹੀਂ ਰਹੇਗੀ, ਝੋਲੀਆਂ ਭਰ ਕੇ ਲੈ ਜਾਵਾਂਗੇ। ਬੜੇ ਤੁਸੀਂ ਸਾਰੇ ਜਾਣਦੇ ਹੋ, ਜਿਹੜੇ ਜਿਹੜੇ ਸੇਵਾ ਕਰਦੇ ਹੋ, ਕਿਸੇ ਦੀ ਝੋਲੀ ਖਾਲੀ ਨਹੀਂ, ਰਹਿਮਤਾਂ ਮਿਲਦੀਆਂ ਨੇ। ਗੁਰੂ ਕਿਰਪਾ ਕਰੇ ਸਾਨੂੰ ਇਸੇ ਤਰ੍ਹਾਂ ਹੀ ਇਸ ਭਾਗ ਮਿਲੇ, ਅਸੀਂ ਸੇਵਾ ਕਰਕੇ ਜੀਵਨ ਸਵਾਰੀਏ। ਇਤਨੀ ਸੇਵਾ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।